ओके। हालेलुया, हालेलुया, हालेलुया। बहुत दिनों बाद फिर दोबारा कलाम शेयर कर जा रही है। अगर कुछ डिस्टर्बेंस भी होएगी क्योंकि कोई सेटिंग नहीं है, ਤੁਹਾਨੂੰ ਪਤਾ ਹੈ ਹਾਲੇ ਕੱਚ ਨੈਟ ਵੀ ਨਹੀਂ ਹੈ। ਕੋਈ ਪਹਿਲੇ ਜਿੱਦਾਂ ਇੱਕ ਸਿਸਟਮ ਸੀਗਾ, ਇੱਕ ਕੋਨਾ ਸੀਗਾ ਮੇਰੀ ਮੀਟਿੰਗ ਕਰਨ ਦਾ, ਉਹ ਚੀਜ਼ਾਂ ਇਸ ਸਮੇਂ ਥੋੜਾ ਮਿਸ ਹੈ ਕਿਉਂਕਿ ਤੁਹਾਨੂੰ ਪਤਾ ਹੈ ਅਸੀਂ ਆਪਣੇ ਨਵੇਂ ਘਰ ਦੇ ਵਿੱਚ ਸ਼ਿਫਟ ਹੋਏ ਹਾਂ। ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਖੁਦਾ ਨੇ ਆਪਣਾ ਘਰ ਦਿੱਤਾ, ਘਰ ਵਾਲੀ ਤੋਂ ਘਰ ਵਾਲੇ ਬਣਾਇਆ, अपना कर दिता। खुदा दा धन्नवाद करते हैं। हालेलुया। ते बस उस घर दी सैटिंग दे विच है ते इसलिए काफी दिनों तो खुदा मैंने उस कलाम दे उत्ते स्टैंड करने कह रहे थे कि इस कलाम नु शेयर कर, क्योंकि जो बाइबल दे विच जो भी कुछ लिखिया जांदा है ना, वो साडी जिंदगी दे विच पूरा हुंदा जदों असीं ओनू लैके चलदे हां, लैके चलदे हां। ਤੇ ਮੈਂ ਨਾ ਕਲਾਮ ਸੈਟਰਡੇ ਸ਼ਾਇਦ ਨਾਈਟ ਤਿਆਰ ਕਰ ਲਿਆ ਸੀ, ਸੈਟਰਡੇ ਫਰਾਈਡੇ ਮੇਰੇ ਕੋਲ ਟਾਈਮ ਸੀ, ਮੈਂ ਨਾ ਕਲਾਮ ਸ਼ੇਅਰ ਕਰ ਲਿਆ, ਲਿਖ ਲਿਆ ਜੋ ਜੋ ਮੈਂ ਆਇਤ ਆਪਣੀ ਸਟੱਡੀ ਕੀਤੀ ਬੈਠ ਕੇ, ਦੁਪਹਿਰ ਦੇ ਟਾਈਮ ਘੰਟਾ ਬੈਠ ਕੇ ਮੈਂ ਆਪਣੇ ਬਾਈਬਲ ਸਟੱਡੀ ਕਰਕੇ ਕਲਾਮ, ਮੈਂ ਗਵਾਹੀ ਸ਼ੇਅਰ ਕਰ ਰਹੀ ਹਾਂ ਤੇ ਖੁਦਾ ਦੀ ਮਰਜ਼ੀ ਹੁੰਦੀ ਹੈ। ਮੈਂ ਕਲਾਮ ਸ਼ੇਅਰ ਕੀਤਾ ਤੇ ਖੁਦਾ ਨੇ ਆਪਣੀ ਪਰਸਨਲ ਆਇਤਾਂ ਸਾਨੂੰ ਦੇਣੀਆਂ ਹੀ ਹੁੰਦੀਆਂ, ਠੀਕ ਹੈ। ਇੱਕ ਅਸੀਂ ਸਟੱਡੀ ਕਰਦੇ ਹਾਂ ਬਾਈਬਲ ਤੋਂ, ਇਧਰੋਂ ਇਧਰੋਂ ਆਪਣਾ ਇੱਕ ਆਪਣੀ ਆਪਣੀ ਸਟੱਡੀ ਹੁੰਦੀ, ਇੱਕ ਪਰਮੇਸ਼ਰ ਵੱਲੋਂ ਕਲਾਮ ਆਉਂਦਾ। ਤੇ ਮੈਂ ਰਾਤੀ ਜਦੋਂ ਕੱਲ ਅਸੀਂ ਬਹੁਤ ਥੱਕ ਗਏ ਸੀ, ਅਸੀਂ ਘਰ ਦਾ ਕੁਝ ਹੋਰ ਫਰਨੀਚਰ ਦੇਖਣ ਵੀ ਗਏ ਸੀ, ਔਰ ਤੁਹਾਨੂੰ ਪਤਾ ਜਦੋਂ ਫਰਨੀਚਰ ਘਰ ਦਾ ਲੈਣਾ ਦਿਮਾਗ ਬਹੁਤ ਲੱਗਦਾ ਹੈ ਕਿਉਂਕਿ ਵੱਡੇ ਵੱਡੇ ਘਰ ਤੇ ਹੈ ਨਹੀਂ, ਛੋਟੇ ਛੋਟੇ ਘਰ ਹੈ। ਇੱਥੇ ਵੀ ਇੱਥੇ ਇੰਨੀ ਚੀਜ਼ਾਂ ਨਹੀਂ ਚਾਹੀਦੀ, ਇੱਥੇ ਇੰਨੀ ਚੀਜ਼ਾਂ ਨਹੀਂ ਚਾਹੀਦੀ, ਇੱਥੇ ਇੰਨੀ ਚੀਜ਼ਾਂ ਨਹੀਂ, ਇਸ ਤੋਂ ਵੱਧ ਨਹੀਂ ਵਧਣਾ ਚਾਹੀਦਾ ਤੇ ਦਰਵਾਜ਼ਾ ਨਹੀਂ ਖੁੱਲੇਗਾ, ਇਸ ਤੋਂ ਵੱਧ ਹੋ ਗਿਆ ਤੇ ਖਿੜਕੀ ਨਹੀਂ ਖੁੱਲੇਗੀ। ਬਹੁਤ ਸਿਸਟਮ ਹੈ, ਕਾਫੀ ਕੱਲ ਸਿਰ ਬਹੁਤ ਦਰਦ ਸੀਗਾ, ਬਹੁਤ ਥਕਾਵਟ ਸੀਗੀ, ਸ਼ਾਇਦ ਅੱਜ ਵੀ ਮੇਰੇ ਫੇਸ ਦੇ ਉੱਤੇ ਨਜ਼ਰ ਆ ਰਹੀ ਹੋਗੀ, ਬਹੁਤ ਥਕਾਵਟ ਚੱਲ ਰਹੀ ਹੈ ਸਾਨੂੰ ਦੋਨਾਂ ਨੂੰ, ਉਹ ਜੌਬ ਵੀ ਕਰ ਰਹੇ ਕੰਮ ਵੀ ਕਰ ਰਹੇ। ਮੈਂ ਰਾਤੀ ਆਪਣੇ ਆਪ ਆਪਣੇ ਆਲਟਰ ਕੀਤੇ, ਮੈਂ ਬੈਠ ਗਈ, ਦੇਖੋ ਤਾਂ ਮੈਨੂੰ ਕਹਿੰਦੇ ਉੱਠ ਕੇ ਜੋ ਤੈਨੂੰ ਆਇਤਾਂ ਦਿੱਤੀਆਂ ਲੱਭਣੀਆਂ ਸ਼ੁਰੂ ਕਰ। ਟਫ ਹੁੰਦੀਆਂ ਨਾ ਬਾਈਬਲ ਦੇ ਵਿੱਚੋਂ, ਪਰ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਖੁਦਾ ਨੇ ਥੋੜੀ ਦੇਰ ਦੇ ਵਿੱਚ ਹੀ ਮੈਨੂੰ ਉਹ ਆਇਤਾਂ ਜੋ ਖੁਦਾ ਨੇ ਆਪਣੇ ਆਪ ਪਰਸਨਲ ਲਿਖਵਾਉਣੀਆਂ ਸੀ, ਜੋ ਸਵਰਗ ਤੋਂ ਆਇਤਾਂ ਮਿਲੀਆਂ, ਫਿਰ ਮੈਂ ਉਹ ਲਿਖੀ, ਉਹ ਫਿਰ ਮੈਂ ਲਿਖਿਆ ਤੇ ਮੈਂ ਕਿਹਾ ਹੁਣ ਖੁਦਾ ਨੇ ਇਸ ਕਲਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਕਲਾਮ ਤੂੰ ਸ਼ੇਅਰ ਕਰਨ ਲਈ ਤਿਆਰ। ਇੱਕ ਤੇ ਇੱਕ ਸਾਡੇ ਮਾਈਂਡ ਵੱਲੋਂ ਹੁੰਦਾ ਕਿ ਅਸੀਂ ਕਲਾਮ ਕਰਨਾ, ਇੱਕ ਸਵਰਗ ਵੱਲੋਂ ਪਰਮੇਸ਼ਰ ਵੱਲੋਂ ਮੋਹਰ ਲੱਗ ਕੇ ਆਂਦੀ ਕਿ ਤੂੰ ਇਹੀ ਕਰਨਾ, ਕਿਉਂਕਿ ਉਹਦੇ ਵੱਲੋਂ ਜਦੋਂ ਪਰਸਨਲ ਹੋਰ ਆਇਤਾਂ ਜਦੋਂ ਪਰਮੇਸ਼ਰ ਸਵਰਗ ਤੋਂ ਦਿੰਦੇ ਆ, ਉਹ ਆਇਤਾਂ ਸਾਡੀ ਜ਼ਿੰਦਗੀ ਦੀਆਂ ਰੇਮਾ ਵਰਡ ਬਣ ਜਾਂਦੀਆਂ। ਮੈਂ ਆਪਣੇ ਆਪ ਨੂੰ ਸ਼ੂਨਿਆ ਕਰਦੀ ਹਾਂ, ਜ਼ੀਰੋ ਕਰਦੀ ਹਾਂ, ਮੈਂ ਨਾ ਬੋਲਾਂ ਮੇਰੇ ਅੰਦਰ ਬੋਲੇ ਪਰਮੇਸ਼ਰ। ਥੈਂਕਸ ਕਰਦੀ ਹਾਂ ਇਸ ਸਮੇਂ ਲਈ, ਇਸ ਆਲਟਰ ਲਈ, ਤੇ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ मैं बिल्कुल अपने आप शून्य कर दी, जीरो कर दी, एक बार फिर ब्लड जीसस के विच अपने आप अपने परिवार में सारी जूम मीटिंग कवर कर दी। हालेलुया, हालेलुया। वेलकम वेलकम पवित्र आत्मा, मेरी होठों पे, मेरी सोचों पे, मेरी जुबान पे कब्जा कर लीजिए, इस सारे घर के ऊपर कब्जा कर लीजिए। ये मेरा घर नहीं, खुदा आपका घर है मेरे साथ, आपने मुझे मुहैया कराया परमेश्वर, जैसे आपने मुझे ये घर दिया परमेश्वर। इस प्लेटफॉर्म पे जितने जन बैठे हैं परमेश्वर, जिनके पास अपने घर नहीं है, परमेश्वर ने अपने घर मुहैया कराई है, वो अपने घरों में बैठे परमेश्वर। यदि घर को यहोवा ना बनाए तो उसके बनाने वाले का परिश्रम व्यर्थ है मेरे जिंदा खुदा, हमारी सारी मेहनत व्यर्थ चली जाती है परमेश्वर जब आप हमारे साथ नहीं होते परमेश्वर। हालेलुया। मुझे एक बार फिर आपका साथ चाहिए आज के कलाम के लिए परमेश्वर, एक बार फिर आपका बल और ताकत का आत्मा चाहिए कलाम शेयर करने के लिए मेरे जिंदा खुदा। मैं यीशु मसीह नासरी के नाम से मांग लेती हूँ और पा लेती हूँ मेरे जिंदा खुदा। मैं अपना और इन सब का आने वाला सम आपके बलवंत हाथों में देती हूँ यीशु के नाम से, आमेन आमेन। आज का कलाम भी कर देती है। हालेलुया। भजन संहिता 127, भजन संहिता 127। हालेलुया। दे 2-3 ही ਅਸੀਂ ਸਿੱਖਾਂਗੇ। यदि घर को यहोवा ना बनाए तो उसके बनाने वाले का परिश्रम व्यर्थ है। हालेलुया। अगर खुदा सानू बल और हिम्मत और ताकत ना दे, ਅਸੀਂ कुछ भी नहीं कर सकते। इस कलाम बारे में मनन कर रही सी, साडे दो घर है, एक स्वर्गीय घर है, एक संसारिक घर। स्वर्गीय घर, हुण ਅਸੀਂ किस घर ਲਈ ਮਿਹਨਤ ਕਰਦੇ ਪਏ? ਜਦੋਂ ਅਸੀਂ स्वर्गीय घर ਲਈ ਮਿਹਨਤ ਕਰਦੇ ਹਾਂ ਤੇ ਸਮਝ ਲੈਣਾ ਸੰਸਾਰਿਕ घर अपने आप बन ਜਾਂਦਾ। मैं अपनी गवाही शेयर कर रही, मैं जो जिन्नी मेहनत की है ना मसीह दे विच, मैं अपने सिर्फ स्वर्गीय घर ਲਈ मेहनत की, संसारिक घर ਲਈ मेहनत नहीं की, क्योंकि बाइबल च इसी कलाम दे विच लिखा कि अपने प्यार करने वालों को नींद नहीं दे देता। हुण मेहनत कित्थे कर रहे हैं ਅਸੀਂ? ਅੱਜ ਕੱਲ ਅਸੀਂ ਮਿਹਨਤ ਕਰਦੇ ਹਾਂ ਸੰਸਾਰ ਦੇ ਘਰਾਂ ਲਈ, ਸੰਸਾਰ ਦੇ ਰਿਸ਼ਤਿਆਂ ਲਈ, ਸੰਸਾਰ ਦੀਆਂ ਚੀਜ਼ਾਂ ਲਈ। ਪਰ ਇਸ ਕਲਾਮ ਦੇ ਵਿੱਚ ਜਦੋਂ ਮੈਨੂੰ ਪ੍ਰਕਾਸ਼ਨ ਆਏ, ਹਾਲੇਲੂਇਆ, ਮੈਂ ਬਹੁਤ ਖੁਸ਼ ਹੋਈ। ਅਸੀਂ ਉਨੀ ਦੇਰ ਤੱਕ ਖਾਣ ਨਹੀਂ ਬਣਾ ਸਕਦੇ ਸੰਸਾਰਿਕ, ਸਮਝ ਰਹੇ ਹੋ, ਜਿੰਨੀ ਦੇਰ ਤੱਕ ਪਰਮੇਸ਼ਵਰ ਦਾ ਹੱਥ ਸਾਡੇ ਉੱਪਰ ਨਹੀਂ ਆਉਂਦਾ।
ਅਸੀਂ ਘਰ ਬਣਾ ਲਿਆ, ਠੀਕ ਹੈ, ਐਗਜ਼ਾਮਪਲ ਦੇ ਰਹੀ ਹਾਂ, ਘਰ ਬਣਾ ਲਿਆ, ਘਰ ਦੇ ਵਿੱਚ ਸ਼ਾਂਤੀ ਨਹੀਂ ਹੋਏਗੀ ਜਿੰਨੀ ਦੇਰ ਤੱਕ ਘਰ ਹੁੰਦਾ ਦੀਵਾਰਾਂ ਨਾਲ। ਘਰ ਕਹਿੰਦੇ ਹੈ, ਪਰ ਪਰਿਵਾਰ ਨਾਲ ਅਸਲੀ ਘਰ ਬਣਦਾ। ਅਗਰ ਪਰਿਵਾਰ ਹੀ ਇਕੱਠਾ ਨਹੀਂ ਉਹਨੂੰ ਘਰ ਕਵਾਂਗੇ। ਕਈ ਕਹਿੰਦੇ ਅਸੀਂ ਘਰ ਜਾਣ ਦਾ ਦਿਲ ਨਹੀਂ ਕਰਦਾ। ਕਿਉਂ ਨਹੀਂ ਦਿਲ ਕਰਦਾ? ਕਿਉਂਕਿ ਉਹ ਇੱਕ ਮਨ ਇੱਕ ਪਰਿਵਾਰ ਨਹੀਂ ਹੈ। ਘਰ ਸਭਨਾ ਕੋਲ ਹੈ, ਪਰ ਉਸ ਘਰਾਂ ਦੇ ਵਿੱਚ ਸਵਰਗੀ ਉਪਸਥਿਤੀ ਨਹੀਂ ਹੈ, ਪਰਮੇਸ਼ਵਰ ਨਹੀਂ ਹੈ। ਕਈ ਲੋਕ ਇਸ ਪਲੇਟਫਾਰਮ ਤੇ ਬੈਠੇ ਹੋਣੇ ਕਿ ਉਹ ਕਹਿੰਦੇ ਨੇ ਸਾਡਾ ਘਰ ਜਾਣ ਦਾ ਦਿਲ ਨਹੀਂ ਕਰਦਾ ਅੱਜ, ਕਹਿੰਦੇ ਆ ਨਾ, ਕਿਉਂਕਿ ਘਰ ਤੋਂ ਪਰੇਸ਼ਾਨ। ਉਹ ਘਰ ਹੈ, ਪਰ ਜਿਸ ਘਰ ਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਹੁੰਦੀ ਉਹ ਅਸਲੀ ਘਰ। ਪਰਿਵਾਰ ਉਹ ਹੈ, ਫੈਮਿਲੀ ਨਾਲ ਘਰ ਬੰਦਾ ਹੈ, ਦੀਵਾਰਾਂ ਨਾਲ ਘਰ ਨਹੀਂ ਬੰਦਾ। ਘਰ ਫੈਮਿਲੀ ਨਾਲ ਬੰਦਾ ਹੈ, ਦੀਵਾਰਾਂ ਨਾਲ ਨਹੀਂ ਬੰਦਾ। ਕਈਆਂ ਕੋ ਵੱਡੇ ਵੱਡੇ ਘਰ ਹੈ ਪਰ ਉਹਨਾਂ ਦੇ ਘਰ 'ਚ ਸ਼ਾਂਤੀ ਨਹੀਂ। ਕਈਆਂ ਦੇ ਛੋਟੇ ਘਰ, ਉਹਨਾਂ ਦੇ ਵਿੱਚ शांति और प्यार है, सुकून है। क्योंकि यदि घर को यहोवा ना बनाए तो उसके बनाने वाले का परिश्रम व्यर्थ है। सारा परिश्रम, साडी मेहनत, हर एक चीज बेकार चली जाती है। मैं ਅਸੀਂ 2-3 ਸਾਲ ਤੋਂ ਘਰ ਲੱਭ ਰਹੇ ਸੀ। ਇਸ ਏਰੀਆ ਦੇ ਵਿੱਚ ਬੜੇ ਪਸੰਦ ਆਏ, ਪਸੰਦ ਆਉਂਦੇ ਸੀ, ਗੱਲ ਨਹੀਂ ਬਣਦੀ ਸੀ, ਪੈਸਾ ਨਹੀਂ ਸੀ ਉਹਨਾਂ। ਅਸੀਂ ਰੇਂਜ ਰੱਖੀ ਸੀ ਕਿ ਅਸੀਂ ਇੰਨੀ ਹੀ ਰੇਂਜ ਦੇ ਵਿੱਚ ਕਰ ਲੈਣਾ, ਇਸ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਬਾਈਬਲ 'ਚ ਵੀ ਲਿਖਿਆ ਹੈ। ਬਾਈਬਲ 'ਚ ਤਾਂ ਨਹੀਂ ਲਿਖਿਆ ਪਰ ਇੱਕ ਐਗਜ਼ਾਮਪਲ ਹੈ, ਚੱਦਰ ਤੋਂ ਬਾਹਰ ਪੈਰ ਨਾ ਪਸਾਰੋ, ਨੁਕਸਾਨ ਹੀ ਹੋਏਗਾ। ਪਰ ਜਦੋਂ ਪਰਮੇਸ਼ਰ ਸਾਡੇ ਨਾਲ ਹੈ ਤੇ ਫਿਰ ਅਸੀਂ ਚੱਦਰ ਤੋਂ ਬਾਹਰ ਵੀ ਪੈਰ ਪਸਾਰ ਸਕਦੇ ਹਾਂ, क्योंकि वो साड़ी जरूरत स्वर्ग तो पूरी करता है। क्योंकि कलाम च लिखा ना कि वह अपने प्यार करने वाले को नींद में ही दे देता है, नींद में ही दे देता है। और मैं इस कलाम ਨੂੰ 2022 ਦੇ ਵਿੱਚ ਡੇਲੀ ਪੜ੍ਹਨਾ ਸ਼ੁਰੂ ਕੀਤਾ ਸੀ, ਡੇਲੀ। ਅਕਤੂਬਰ ਦੇ ਵਿੱਚ, ਅਕਤੂਬਰ ਸ਼ਾਇਦ ਸਾਲ ਹੋਣ ਵਾਲਾ, ਸਤੰਬਰ ਸ਼ੁਰੂ ਹੋ ਚੁੱਕਾ ਹੈ ਨਾ। 1 ਸਾਲ मैं डेली इस कलाम ਦੇ ਉੱਤੇ ਖੜੀ ਰਹੀ ਹਾਂ कि खुदा मेरा घर आपने बनाना है स्वर्ग से। मेरी औकात नहीं है घर बनाने, चाहे संसारिक है चाहे आत्मिक है। पौलुस कहता मेरा परिश्रम व्यर्थ है, कहते मैं बड़ी मेहनत की, मैं बड़ी मेहनत, पर प्रभु ने मेहनत कराई ताही पौलुस स्वर्गीय घर बना सकिया। कुरंथियां दे विच लिखे एक साडा स्वर्गीय घर है, पहले मैं अपना स्वर्गीय घर बनाया। याद रखना जो तुसी अपने स्वर्ग दे विच एक ਨੀਆਂ ਪੱਕੀਆਂ ਹੋ ਜਾਂਦੀਆਂ, ਤੁਹਾਡਾ ਵਿਸ਼ਵਾਸ ਹੁੰਦਾ ਕਿ ਹਾਂ ਮੈਂ ਸਵਰਗਵਾਸੀ ਬਣ ਗਈ ਹਾਂ, ਫਿਰ ਪਰਮੇਸ਼ਰ ਤੁਹਾਨੂੰ ਸੰਸਾਰ ਦੀਆਂ ਬਰਕਤਾਂ ਨੀਂਦ ਦੇ ਵਿੱਚ ਹੀ ਦੇ ਦਿੰਦੇ। ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਏਗੀ। ਹਾਲੇਲੂਇਆ। ਔਰ ਪਰਮੇਸ਼ਰ ਸਾਨੂੰ ਆਪਣਾ ਫਿਊਚਰ ਵੀ ਦਿਖਾ ਦਿੰਦੇ ਘਰ ਦੇ ਵਿੱਚ। ਜਦੋਂ ਮੂਸਾ ਨੇ ਤੰਬੂ ਬਣਾਉਣਾ ਸੀ, ਪਰਮੇਸ਼ਰ ਦਾ ਘਰ ਹੀ ਬਣਨ ਜਾ ਰਿਹਾ ਸੀ ਤੰਬੂ ਨਾਲ, ਜਿੱਥੇ ਪਰਮੇਸ਼ਰ ਨੇ ਨਿਵਾਸ ਕਰਨਾ ਸੀ। ਪਰਮੇਸ਼ਰ ਨੇ ਮੂਸਾ ਨੂੰ ਪਹਿਲੇ ਹੀ ਦਿਖਾ ਦਿੱਤਾ ਸੀਗਾ ਤੰਬੂ ਦੀ ਹਰ ਇੱਕ ਚੀਜ਼, ਕਿ ਇੱਥੇ ਦੀਵਟ ਰੱਖਣਾ ਹੈ, ਇੱਥੇ ਬਾਚਾ ਦਾ ਸੰਦੂਕ ਰੱਖਣਾ ਹੈ। ਐਦੀ ਪਰਮੇਸ਼ਰ ਨੇ ਸਾਡੇ ਸੰਸਾਰਿਕ ਘਰ ਦੀਆਂ ਚੀਜ਼ਾਂ ਦੀ ਸੈਟਿੰਗ ਕੀਤੀ ਹੋਈ ਹੈ। ਮੈਂ 20 ਦਿਨ ਦੇ ਵਿੱਚ ਆਪਣੇ ਘਰ ਦੇ ਵਿੱਚ ਆ ਕੇ ਬੈਠ ਗਈ ਸੀ। 9 ਨੂੰ ਰਜਿਸਟਰੀ ਸੀ, 29 ਰਾਤ ਨੂੰ ਮੈਂ ਔਰ ਮੇਰੇ ਹਸਬੰਡ ਇਸ ਘਰ ਦੇ ਵਿੱਚ ਸੀ। 20 ਦਿਨ ਦੇ ਵਿੱਚ ਕਦੀ ਹੋ ਸਕਦਾ? ਸਾਲ, ਮਹੀਨੇ ਲੱਗ ਜਾਂਦੇ ਆ ਕਈ ਵਾਰ। ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਣ ਲਈ ਪੂਰਾ 1 ਮਹੀਨਾ 2 ਮਹੀਨੇ ਲੱਗ ਜਾਂਦੇ ਆ। ਪਰ ਖੁਦਾ ਦੀ ਕੀ ਯੋਜਨਾ ਸੀ, ਖੁਦਾ ਨੇ ਸਾਰੀ ਸੈਟਿੰਗ ਕੀਤੀ ਹੋਈ ਸੀ ਫਰਨੀਚਰ ਦੀ, ਹਰ ਇੱਕ ਚੀਜ਼ ਦੀ। ਜਿੱਦਾਂ ਪਰਮੇਸ਼ਵਰ ਨੇ मूसा को तंबू बनाना सी, उदी ही परमेश्वर साडियां चीजां दी सैटिंग करदे। फिर भी ਅਸੀਂ परेशान रहंदे हैं। बार बार क्यों लिखा है, यदि घर को यहोवा ना बनाए तो उसके बनाने वाले का परिश्रम व्यर्थ है। साडा परिश्रम, साडी मेहनत, हर एक चीज लिए बेकार है। अगर परमेश्वर सानू बल, हिम्मत, ताकत ना देन प्रार्थना करन दा, बेकार है ना। फिर ਅਸੀਂ स्वर्गीय घर भी नहीं बना सकते। अगर परमेश्वर की आशीष साडे ऊपर नहीं होएगी, मैं अपना स्वर्गीय घर नहीं बना सकती। स्वर्गीय साडा मेन जेड़ा घर है स्वर्गीय है। परमेश्वर आत्मा मैनू आयत दिखा रहा है जिदा इब्रानिया दे विच लिखे कि वो तंबू दे विच रहे, तंबू दे विच रहे, पर उन्हां दे असली की सीगे एक परदेसी बन के रहे। असी इत्थे की एक परदेसी हां, पर असी इत्थे मेहनत करते हैं, संसार दे विच मेहनत करते पे हैं संसार दीयां चीजां लई, पर असी उन्नी मेहनत नहीं करते जिन्नी सानू स्वर्ग दे विच जाण लई मेहनत करन दी जरूरत है। कर रहे हैं असी 8 घंटे असी जॉब करते हैं, पैसे मिलते हैं, पर 2 घंटे चजना या 3 घंटे परमेश्वर को चजना नहीं जाते। जो सब कुछ
दे सकता है, जो सब कुछ मुहैया करा सकता है। हालेलुया, हालेलुया। ਹੁਣ ਅਗਰ ਪ੍ਰਭੂ ਯੀਸ਼ੂ ਮਸੀਹ ਨੇ ਵੀ ਕਿਹਾ ਸੀਗਾ ਕਿ ਮੈਂ ਜਾ ਰਿਹਾ, ਕਿੱਥੇ ਜਾ ਰਿਹਾ? ਸਵਰਗ ਜਾ ਰਿਹਾ ਤੁਹਾਡੇ ਲਈ ਘਰ ਤਿਆਰ ਕਰਨ ਲਈ। ਮੇਰੇ ਪਰਮੇਸ਼ਵਰ ਦੇ ਕੋਲ ਬਹੁਤ ਘਰ ਹੈ। ਪ੍ਰਭੂ ਯੀਸ਼ੂ ਮਸੀਹ ਸਾਡੇ ਲਈ ਘਰ, ਪਰ ਅਸੀਂ ਉਸ ਘਰਾਂ ਲਈ ਮਿਹਨਤ ਕਰਦੇ ਪਏ ਹਾਂ। यूहन्ना 14 अध्याय ਉਹਦੀ ਦੂਸਰੀ ਔਰ ਤੀਸਰੀ ਆਇਤ ਨੂੰ ਪੜਾਂਗੇ। ਕੋਈ ਮੇਰੇ ਲਈ ਪੜ ਦੇਗਾ? ਹਾਂਜੀ ਪਾਸਟਰ ਜੀ। हम्म। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ, ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਅੱਜ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਆਵਾਂਗਾ, ਭਾਈ ਜਿੱਥੇ ਮੈਂ ਹਾਂ ਤੁਸੀਂ ਵੀ ਹੋ। ਹਾਲੇਲੂਇਆ। ਹੁਣ ਪ੍ਰਭੂ ਯੀਸ਼ੂ ਮਸੀਹ ਨੇ ਸੰਸਾਰ ਦੇ ਵਿੱਚ ਘਰ ਬਣਾਇਆ, ਬਣਾਇਆ ਸਵਰਗ ਦੇ ਵਿੱਚ ਬਣਾਇਆ। 3.5 ਸਾਲਾਂ ਦੇ ਵਿੱਚ ਇੱਕ ਮਨੁੱਖ ਦੇ ਪੁੱਤਰ ਨੇ। पर परमेश्वर के सानू एक वादा करके गया है, मेरे पिता के घर में बहुत से रहने के स्थान है। घर हैगे परमेश्वर को, उथे दाऊद का घर भी है, उथे मूसा का घर भी है, ठीक है। उथे सुलेमान का घर भी, उथे पौलुस का घर भी है, जो परमेश्वर दे कोल एक स्वर्गीय घर भी है। अगर असी बच्चों पढ़ांगे उस आयत नूं भी, दूसरी कुरंथियां 5 अध्याय दे विच लिखिया स्वर्गीय घर। किरण निकाल रखना, दूसरी कुरंथियां 5 अध्याय ओदी पहली और दूसरी आयत नूं बच्चों पढ़ांगे। स्वर्गीय घर, पौलुस कहंदा स्वर्गीय घर, हमारा एक स्वर्गीय घर है। पर ਅਸੀਂ ਮਿਹਨਤ ਹੀ ਸੰਸਾਰ ਦੇ ਘਰ ਲਈ ਕਰਦੇ ਪਏ, ਪੈਸਾ ਜੋੜੀ ਜਾ ਰਹੇ हैं, करी जा रहे हैं, करी जा रहे हैं, है ना, ये भी आ जाए, ये भी आ जाए। पर याद रखना, जिन्नी देर तक परमेश्वर का हाथ साडे उपर नहीं होएगा, आशीष नहीं होगी, ਅਸੀਂ उन्नी देर तक कुछ भी नहीं कर सकते, कुछ भी नहीं कर सकते, कुछ भी नहीं कर सकते। लिखे ना, क्योंकि मैं तुम्हारे लिए जगह तैयार करने जाता हूं। यदि मैं जाकर तुम्हारे लिए जगह तैयार करूंगा तो फिर आकर तुम्हें अपने साथ ले जाऊंगा, कि जहां मैं हूं वहां तुम भी रहो। इस साडा स्वर्गीय घर बनिया जो प्रभु यीशु मसीह सानू लैन आन ते असी उस स्वर्गीय घर दे विच जा सकते हैं, जा सकते हैं। प्यार है तुहाडा? जो मेरे पापा मसीह च आए सी 10 साल पहले की गल है, मेरे पापा ने कहना इटली दे विच घर बना लै। मैं कहना नहीं पापा, स्वर्ग च घर बनता पे, हले नीआं भरियां गईयां। कहते तेन कितों पता नीआं भरियां गईयां? मैं कहा जिद्दां असीं संसार दे घर नीआं भरदे फिर रुक जांदे आ, जिन्ना पैसा हुंदा सी उन्ना की करदे हैं। मैं कहा नहीं। फिर मैं थोड़े दिन बाद मैं कहा हुण खिड़कियां लगदियां पईयां स्वर्गीय घर च। कहते छत कितों पेगी? मैं कहा पापा डैडी छत भी पै ही जाऊगी। मतलब जो मेरे डैडी ने कुछ सालों बाद मैनू कहना ना, मैं नहीं डैडी हले नीआं दी शुरुआत होई है। तो मैं अपने डैडी ना, अपने पापा नाल इदां गल करदी हुंदी सी कि मैं स्वर्गीय घर बनाना डैडी, फिर संसारी घर आपे बन जाऊगा। मैनू नहीं, सीरियसली मेरी गवाही है, मैनू नहीं पता सी। आज सब तो ज्यादा मेरे घर बनन ते मेरे फादर खुश है, सब तो ज्यादा, सब तो ज्यादा मेरी पूरी फैमिली दे विचों खुशी जाहिर हुंदी है। हाँ जी अमरीत सिस्टर जी थैंक यू, तुसीं भी बहुत खुश हो, मेरे मसीह भैन भरा भी बहुत खुश है। ते पहले खुदा कहंदा देखो घर असी बना लेंदे ना, पर उस घर दे विच आनंद सकून शांति नहीं हुंदी जे परमेश्वर दी आशीष उस घर दे उपर नहीं। तुसी बड़े इजीली बना लोगे, लोन चुक के बना लोगे, पर उस घर दे विच उन्नी देर तक आशीष शांति सुकून नहीं आएगा जिन्नी देर तक परमेश्वर उस घर दे उत्ते हथ ना रखते। बहुत घर है पर वो चीजा नहीं है जो जो परमेश्वर की आशीष उस घर के उपर आती, लाइट आ जाती उस घर के उपर, एंजल्स घूमने शुरू हो जाते उस घर के चारों तरफ, अग का बाड़ा लग जाता उस घर के चारों तरफ। तो मजाल है कोई स्पिरिट भी अंदर एंटर कर जाए। वो घर बनाना है असी, उस घर लिए मेहनत करो, संसारिक घर लिए मेहनत ना करो। कुरंथियां 2 अध्याय 5 1 और 2 आयत में पढ़ांगे। ਅਸੀਂ ਜਾਣਦੇ ਹਾਂ ਭਈ ਜੇ ਸਾਡਾ ਤੰਬੂ ਜਿਹਾ ਘਰ
ਜਿਹੜਾ ਧਰਤੀ ਤੇ ਹੈ ਢਹਿ ਪਵੇ ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਵਿੱਚ ਬਣਿਆ ਹੈ, ਕਿਉਂ ਜੋ ਇਸ ਵਿੱਚ ਅਸੀਂ ਤਾਂ ਹੌਂਕੇ ਭਰਦੇ ਹਾਂ ਅਤੇ ਤਰਸਦੇ ਹਾਂ ਭਈ ਆਪਣੇ ਬਸੇਰੇ ਨੂੰ ਜਿਹੜਾ ਸਵਰਗੋਂ ਹੈ ਉਦਾਲੇ ਲੈ ਲਈਏ। ਹਾਲੇਲੂਇਆ। ਫਿਰ ਘਰ ਦੀ ਗੱਲ ਆ ਗਈ ਨਾ, ਸਵਰਗੀ ਘਰ ਦੀ ਗੱਲ ਆ ਗਈ। ਸੀਰੀਅਸਲੀ ਹੁਣ ਜੋ ਮੈਂ ਆਇਤਾਂ ਪੜ ਰਹੀ ਹਾਂ ਨਾ, ਉਹ ਮੈਨੂੰ ਚਲਦੇ ਫਿਰਦੇ ਖੁਦਾ ਨੇ ਸਵਰਗ ਚੋਂ ਦਿੱਤੀਆਂ और मैं आयता लभिया। हालेलुया। मनप्रीत सिस्टर जी, अपना माइक थोड़ा ओपन है, क्योंकि हम जानते हैं कि जब हमारा पृथ्वी पर का डेरा सखीरा घर गिराया जाएगा, ये भी घर है, शरीर भी एक घर है, समझ रहे हो? बाइबल च लिखा है परमेश्वर दा असी मंदिर हाँ, घर है, गिराया जाएगा। ਹੁਣ ਅਸੀਂ स्वर्गीय घर ਲਈ मेहनत कर रहे हैं, इस घर के अंदर गिराया जाएगा, तो हमें परमेश्वर की ओर से स्वर्ग पर एक ऐसा भवन घर मिलेगा जो हाथों से बनाया हुआ घर नहीं, पर चिरस्थायी हमेशा स्थिर रहने वाला घर मिलेगा। कभी प्रकाशित वाक्य पढ़े है ना, उथे लिखा है कौन कौन श्वेत वस्त्र पाए उथे घरां दे विच रहणगे, घर होउगे, फैमिलियां होउगियां। पर असी अज दे लोग संसारिक घरां दियां संसारिक बरकतां लई दौड़, मैं मेरी गवाही है, मैं कदी भी आज तक संसारिक बरकत लई नहीं दौड़ी। 10 साल हो गए मैं सिर्फ प्रभु पीछे दौड़ी, चाहे प्यार चाहे माँ बाप सब छोड़ देते, मैं संसारिक प्यार नू मैं छोड़ दिता। जे खुदा मैनू प्यार करदा है ना, तो समझ लो दुनिया मैनू प्यार करे। अगर खुदा मैनू प्यार करदे है ना, मेरा हस्बैंड मैनू प्यार करे, क्योंकि खुदा ओदे मन नू बदल दोगे, ओदे मन नू बदल दोगे। मेरी बेटी है, हुण याकूब अपनी वाइफ नू रेहाब नू प्यार करदा सी, लिया नू नहीं करदा सी, पर परमेश्वर दी आशीष लिया ते सीगी, लिया ते सी, समझ रहे हो? लिया नू परमेश्वर ने ज्यादा ब्लैस किया, याबेस नू दे भैन भरावां ने ठुकराया, ओदी मां ने ठुकराया, पर उन्हें परमेश्वर तो प्रार्थना की, सब तो ज्यादा ब्लैस बनया। याद रखना, जो साडे उत्ते परमेश्वर दा हाथ आ जाएगा, तुहानू कित्थों कित्थों प्यार, जिथे तुसी नहीं बीजिया उत्थों तुहानू प्यार मिलेगा, स्वर्गीय। हालेलुया। कहते ना घर नहीं, जो चीज उत्थे हमेशा स्थिर रहने वाला घर है। जे असी मर के स्वर्ग जावांगे ना, असी दोबारा उस कहते ना इंडिया दे विच हैगा जन्म मरण ते 86 लाख जूना तो बाद ही कहते मनुष्य का जन्म आंदा, कीड़ी भी बनते, सप भी बनते, सब कुछ बनते, एक कहानी है। पर बाइबल च लिखा मनुष्य एक बार ही बनाया जाता है, तो दूसरों बाद मर के स्वर्ग जाता है परमेश्वर को। अच्छे कर्म किते तो स्वर्ग जाएगा, बुरे किते तो नरक जाएगा। जे स्वर्ग चला गया दोबारा पैदा नहीं होएगा। मैं आप इस चीज से कंफ्यूज है कि कहते दोबारा उन्हें पूर्ण जन्म ले लिया, मैंने बड़ा अच्छा लगता होंदा सी, पर हुण मैं विश्वास नहीं करती, हुण नहीं मैं विश्वास कर ना जन्म कि दोबारा जन्म लेदा, एक बार मरदे हैं परमेश्वर को चले जाते। चिर कहते ना चिरस्थाई हमेशा बनने वाला घर दी मेहनत करो। हालेलुया। इसमें तो हम कराते हैं और बड़ी लालसा रखते हैं अपने घरां दे विच। असीं कदी नोट कीता अपने घर दे विच जदों परेशान होंदे सी, अपने घरां दे विच खूब उच्ची उच्ची जोर जी डाडा मार के रोंदे हैं, जदों घर दे विच कोई नहीं हुंदा, दरवाजे बंद करदे, कलाम दो तरीके नाल हो रहा। कलाम याद रखना, खुदा मैनू सिर्फ 2 तरीके नाल कलाम दिंदे, ज्यादा मेरा कलाम स्वर्गीय तरफ हुंदा है। पर असीं किथे घर दे विच डाडा मार के रो रहे हुंदे। कोई ते होवे, वो केड़ा घर है, पर जो साडे अंदर परमेश्वर आ जाएंगे ना, इस घर दे सानू रोन की जरूरत नहीं पेगी, आनंदित रवांगे, परेशानी दे विच भी आनंदित रवांगे। मैं क्या ना, असी घर लेना कोई सौखा नहीं है, फौरन दे विच बहुत टफ है, परेशानियां बहुत हुंदियां, पर असी आनंदित हाँ, शांत है, सुकून है, क्योंकि परमेश्वर दा हाथ। बाइबल च लिखे ना होता नीति वे 16 जब परमेश्वर की ओर से धन आता है, परमेश्वर की ओर से आशीष बरकत आती, उसके साथ वो दुख नहीं मिलांदा, परमेश्वर वालों हुंदा। अपने स्वर्गीय घर को पहन ले,
इसलिए कोशिश करो कि ਅਸੀਂ ਆਪਣੇ ਸਵਰਗੀ ਘਰ ਨੂੰ ਪਾਈਏ। ਸੰਸਾਰ ਤੇ ਸੰਸਾਰ ਦੇ ਘਰ ਲਈ ਮਿਹਨਤ ਨਾ ਕਰੀਏ, ਸਵਰਗੀ ਘਰ ਲਈ ਮਿਹਨਤ ਕਰੀਏ ਤੇ ਪਰਮੇਸ਼ਰ ਸਾਨੂੰ ਦਊਗੇ। ਹਾਲੇਲੂਇਆ, ਹਾਲੇਲੂਇਆ। ਇੱਕ ਹੋਰ ਆਇਤ ਆਂਦੀ ਹੈ, ਦਾਊਦ ਨੇ ਵੀ ਪਰਮੇਸ਼ਰ ਦਾ, ਜਦੋਂ ਅਸੀਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਇੱਕ ਹੋਰ ਇਸ ਕਲਾਮ ਨਾਲ ਇੱਕ ਆਇਤ ਜੋੜਨਾ ਚਾਹੁੰਦੀ ਹਾਂ, ਪਤਾ ਤੁਹਾਨੂੰ ਸਮਝ, ਜਦੋਂ ਤੁਸੀਂ ਕਿਸੇ ਦੇ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਘਰ ਬਣਾਉਂਦੇ ਹੋ, ਪਰਮੇਸ਼ਰ ਲਈ ਉਹਨੂੰ ਖੜਾ ਕਰਦੇ ਹੋ, ਚਾਹੇ ਤੁਸੀਂ ਇੱਕ ਚਰਚ ਹੀ ਬਣਾਉਂਦੇ ਹੋ, ਸਮਝ ਰਹੇ ਹੋ ਮੇਰੀ ਗੱਲ, ਮੈਂ ਦਾਊਦ ਦੀ ਗੱਲ ਕਰ ਰਹੀ ਹਾਂ। ਦਾਊਦ ਨੇ ਜਦੋਂ ਸੋਚਿਆ ਕਿ ਮੈਂ ਘਰ ਦੇ ਵਿੱਚ ਰਹਿ ਰਿਹਾ, ਮੇਰਾ ਪਰਮੇਸ਼ਰ ਤੰਬੂਆਂ ਦੇ ਵਿੱਚ ਰਹਿ ਰਿਹਾ, ਦਾਊਦ ਨੇ ਹਲੇ ਸੋਚਿਆ ਹੀ ਸੀ, ਠੀਕ ਹੈ। ਪਰਮੇਸ਼ਰ ਨੇ ਦਾਊਦ ਨੂੰ ਇੱਕ ਆਸ਼ੀਸ਼ ਦਿੱਤੀ ਕਿ ਤੇਰਾ ਘਰ, ਤੇਰਾ ਪਰਿਵਾਰ, ਘਰ ਦਾ ਮਤਲਬ ਤੇਰਾ ਪਰਿਵਾਰ, ਤੇਰੀ ਗੱਦੀ ਹਮੇਸ਼ਾ ਮੇਰੇ ਅੱਗੇ ਬਣੀ ਰਹੇਗੀ। ਅਗਰ ਤੁਸੀਂ ਪਰਮੇਸ਼ਰ ਲਈ ਕੁਝ ਵੀ ਕਰਦੇ ਹੋ, 100 ਦੇ ਵਿੱਚੋਂ 50% ਤੁਸੀਂ ਪਰਮੇਸ਼ਰ ਲਈ ਕੁਝ ਕਰਦੇ ਹੋ, ਮੈਂ ਤੇ ਦਾਨ ਦੀ ਗੱਲ ਨਹੀਂ ਕਰਾਂਗੀ, ਅਗਰ ਤੁਸੀਂ ਇੱਕ ਰੂਹ ਨੂੰ ਬਚਾਉਂਦੇ ਹੋ, ਇੱਕ ਰੂਹ ਨੂੰ ਪਰਮੇਸ਼ਰ ਨਾਲ ਜੋੜਦੇ ਹੋ, ਯਾਦ ਰੱਖਣਾ ਤੁਹਾਡਾ ਘਰ ਬਣੇਗਾ, ਸਵਰਗੀ ਘਰ ਬਣੇਗਾ। ਮੇਲ ਮਿਲਾਪ ਕਰਾਉਣ ਵਾਲੇ ਕੌਣ ਹੁੰਦੇ? ਪਰਮੇਸ਼ਰ ਦੇ ਪੁੱਤਰ ਔਰ ਪੁੱਤਰੀਆਂ। ਜੋ ਪਰਮੇਸ਼ਰ ਦੇ ਪੁੱਤਰ ਔਰ ਪੁੱਤਰੀਆਂ ਹੈ, ਉਹ ਕਿੱਥੇ ਰਹਿਣਗੇ? ਧਰਤੀ ਤੇ ਰਹਿਣਗੇ ਨਹੀਂ, ਸਵਰਗ 'ਚ ਰਹਿਣਗੇ। ਹਾਲੇਲੂਇਆ। ਪਰਮੇਸ਼ਰ ਦੇ ਪੁੱਤਰ ਔਰ ਪੁੱਤਰੀਆਂ ਕਹਿਲਾਏ ਜਾਣਗੇ। ਦਾਊਦ ਨੇ ਜਦੋਂ ਸੋਚਿਆ ਕਿ ਮੈਂ ਪਰਮੇਸ਼ਰ ਲਈ ਘਰ ਬਣਾਵਾਂਗਾ, ਮੈਂ ਮਹਿਲ ਦੇ ਵਿੱਚ ਰਹਿ ਰਿਹਾ, ਔਰ ਮੇਰਾ ਪਰਮੇਸ਼ਰ ਤੰਬੂ ਦੇ ਵਿੱਚ ਰਹਿ ਰਿਹਾ, ਫਿਰ ਪਰਮੇਸ਼ਰ ਨੇ ਕੀ ਕੀਤਾ? ਨਤਾਨ ਨਬੀ ਨੂੰ ਭੇਜ ਕੇ ਕਿਹਾ, ਨਤਾਨ ਨਬੀ ਨੂੰ ਭੇਜ ਕੇ ਕਿ ਤੂੰ ਮੇਰੇ ਲਈ ਇਹ ਚੀਜ਼ ਸੋਚੀ, ਮੈਂ ਤੇਰਾ ਘਰ ਹਮੇਸ਼ਾ ਬਣਾਏ ਰੱਖਾਂਗਾ। ਪਰਮੇਸ਼ਰ ਨੇ ਇੱਥੇ ਕਹੀ ਹੈ, ਪੜ੍ਹ ਲਈਏ ਅਸੀਂ, ਪੜ੍ਹਨੀ। ਹਾਲੇਲੂਇਆ। ਦੂਸਰਾ ਸ਼ੈਮੂਅਲ 7 ਅਧਿਆਏ ਉਹਦੀ 11 ਆਇਤ। ਸਿਮਰਨ ਤੂੰ ਵੀ ਪੜ੍ਹ ਸਕਦੀ ਹੈ, ਕੋ-ਹੋਸਟ ਤੂੰ ਵੀ ਹੈਗੀ ਹੈ, ਖੋਲ ਸਕਦੀ ਹੈ, ਪੜ੍ਹ ਸਕਦੀ ਹੈ, ਠੀਕ ਹੈ। ਦੂਸਰਾ ਸ਼ੈਮੂਅਲ ਨਾ ਉਸ ਦਿਨ ਵਾਂਗ ਜਿਸ ਵਿੱਚ ਮੈਂ ਨਿਆਂਇਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪ੍ਰਜਾ ਇਸਰਾਏਲ ਉੱਤੇ ਹੋਵੇ ਅਤੇ ਤੇਰੇ ਸਾਰੇ ਵੈਰੀਆਂ ਤੋਂ ਤੈਨੂੰ ਸੁੱਕ ਦਿੱਤਾ, ਫਿਰ ਯਹੋਵਾ ਤੈਨੂੰ ਦੱਸਦਾ ਹੈ ਜੋ ਯਹੋਵਾ ਤੇਰੇ ਲਈ ਘਰ ਵੀ ਬਣਾਵੇਗਾ। ਹਾਲੇਲੂਇਆ, हालेलुया। दाऊद का नतान नबी को संदेश लिखा है ना कि इथे यहोवा तुझे ये भी बताता है कि यहोवा तेरा घर बनाए रखेगा। ਜਦੋਂ ਤੁਸੀਂ ਪੂਰੀ ਕਹਾਣੀ ਪੜੋਗੇ, ਉਹਨੇ ਪਰਮੇਸ਼ਰ ਦੇ ਅੱਗੇ ਸੋਚਿਆ ਕਿ ਮੈਂ ਪਰਮੇਸ਼ਰ ਦਾ ਘਰ ਬਣਾਵਾਂਗਾ, ਪਰਮੇਸ਼ਰ ਨੇ ਮੈਨੂੰ ਭੇਡਾਂ ਬੱਕਰੀਆਂ ਤੋਂ ਕੱਢਿਆ ਤੇ ਤੇਰਾ ਘਰਾਨਾ, ਤੇਰਾ ਰਾਜ ਮੇਰੇ ਸਾਹਮਣੇ ਸदैव ਅਟਲ ਰਹੇਗਾ ਔਰ ਤੇਰੀ ਗੱਦੀ ਸदैव ਬਣੀ ਰਹੇਗੀ। 16 ਆਇਤ ਦੇ ਵਿੱਚ ਲਿਖਿਆ, 16 ਆਇਤ ਦੇ ਵਿੱਚ ਲਿਖਿਆ, ਅਗਰ ਅਸੀਂ ਪ੍ਰੋਪਰਲੀ ਰਿਸਪੌਂਸ ਸਮਝੀਏ ਕਿ ਹਮੇਸ਼ਾ ਸदैव ਜਦੋਂ ਅਸੀਂ ਪਰਮੇਸ਼ਰ ਲਈ ਕੁਝ ਕਰਦੇ ਹਾਂ, ਸਾਡਾ ਘਰਾਨਾ 4 ਪੀੜ੍ਹੀਆਂ ਬਲੈਸ ਹੁੰਦੀਆਂ, 4 ਆਉਣ ਵਾਲੀਆਂ ਅਸੀਂ 4 ਪੀੜ੍ਹੀਆਂ ਨੂੰ ਬਲੈਸ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਫਿਰ ਅਸੀਂ ਜਾਵਾਂਗੇ ਭਜਨ ਸੰਹਿਤਾ 27 ਤੇ ਹੀ ਜਾ ਰਹੇ ਹਾਂ, ਅੱਗੇ ਹੋਰ ਆਇਤ ਸਮਝਣ ਜਾ ਰਹੇ ਹਾਂ। यदि नगर की रक्षा यहोवा ना करे तो रखवाले का जागना व्यर्थ है। यदि नगर की चौकीदार ਨੂੰ अगर परमेश्वर बल और ताकत हिम्मत ना दे तो वो सो जाएगा, तो जागना व्यर्थ है। मेन साडी जो रक्षा परमेश्वर करते है। हुण भजन संहिता 121 ਦੇ ਵਿੱਚ ਕੀ ਲਿਖਿਆ? परमेश्वर ना सोता है ना ऊबता है, क्योंकि हर समय रक्षा करता है। अगर परमेश्वर सो जान, मैं लेट कर सो गया फिर जाग उठा, क्योंकि यहोवा मुझे संभालता है। परमेश्वर सानू संभाल दे, परमेश्वर सानू संभाल दे। मैं लेट गया और सो गया फिर जाग उठा, क्योंकि यहोवा मुझे संभालता है। भजन संहिता 3 ਦੇ ਵਿੱਚ ਲਿਖਿਆ ਹੈ, भजन संहिता 3 ਦੇ ਵਿੱਚ ਲਿਖਿਆ ਹੈ, मैं सो गया, लेट गया फिर जाग। ਅਸੀਂ ਸੌਂਦੇ ਹਾਂ, ਜਾਗਦੇ ਹਾਂ, और ਸਾਡੀ ਰੱਖਿਆ ਕੌਣ ਕਰਦਾ ਹੈ? परमेश्वर। कि सानू स्पिरिट्स तंग नहीं करदियां, दुष्ट आत्मावां तंग नहीं करदियां,
ਸਾਡੀ ਰੱਖਿਆ ਪਰਮੇਸ਼ਵਰ ਕਰਦੇ। जरकियाह ਦੇ ਵਿੱਚ ਲਿਖਿਆ ਨਾ ਕਿ 2 ਅਧਿਆਇ ਕਿ ਮੈਂ ਉਨਕੇ ਚਾरों तरफ आग की शहरपना बन के रहूंगा। ਸਾਡੇ ਘਰ ਦੇ ਚਾरों तरफ ਅੱਗ ਲਗਾ ਦਿੰਦੇ, ਰੱਖਿਆ ਪਰਮੇਸ਼ਰ ਕਰਦੇ ਪਏ ਹੈ ਨਾ। ਅਸੀਂ 21 ਆਇਤ ਪੜਾਂਗੇ ਭਜਨ ਸੰਹਿਤਾ, ਨਹੀਂ ਸੌਰੀ, ਯਸ਼ਾਇਆ 27 ਅਧਿਆਏ 27, ਯਸ਼ਾਇਆ 27 ਦੀ 3 ਆਇਤ। ਕੋਈ ਹੋਰ ਪੜਨਾ ਚਾਹੁੰਦਾ ਹੱਥ ਖੜਾ ਕਰ ਸਕਦਾ ਹੈ। ਕਰਨਾ ਪਾਸਟਰ ਜੀ। ਹਾਂਜੀ, ਮੈਂ ਯਹੋਵਾ ਉਹਦਾ ਰਾਖਾ ਹਾਂ, ਮੈਂ ਉਹਨੂੰ ਹਰਦਮ ਸਿੰਜਦਾ ਰਹਾਂਗਾ, ਮਤੇ ਕੋਈ ਉਹਦਾ ਨੁਕਸਾਨ ਕਰੇ, ਮੈਂ ਰਾਤ ਦਿਨ ਉਹਦੀ ਰਾਖੀ ਕਰਾਂਗਾ। ਹਾਲੇਲੂਇਆ, ਹਾਲੇਲੂਇਆ। ਭਜਨ ਸੇ ਯਸ਼ਾਇਆ 27 ਦੇ ਵਿੱਚ ਕੀ ਲਿਖਿਆ ਹੈ? ਮੈਂ ਉਸकी ਰੱਖਿਆ ਕਰੂੰਗਾ ਹਮੇਸ਼ਾ। ਪਰਮੇਸ਼ਰ ਸਾਡੀ ਰੱਖਿਆ ਕਰਦੇ ਹੈ। ਭਜਨ ਸੰਹਿਤਾ 121 ਦੇ ਵਿੱਚ ਵੀ ਲਿਖਿਆ ਨਾ 4 और 5 ਦੇ ਵਿੱਚ, इजराइल का परमेश्वर ना सोता है ना ऊगता है। मतलब प्रकाशित वाक्य च पढ़िया ना, पवित्र 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 4 प्राणी खड़े जिन्हां दे अगे अखां लगियां होइयां, एक प्राणी सिंह की तरह, एक प्राणी मनुष्य का है, एक काऊ की तरह, एक बैल की तरह, उन्होंने चारों अखां लगी हैं। परमेश्वर सोंदे नहीं है, ਅਸੀਂ ਲੇਟਦੇ हैं सोंदे हैं। परमेश्वर दिन रात, अगर 91 ज़बूर पढ़े, परमेश्वर कहते मैं अपने दूतों को तेरे निमित्त आगे दूंगा, जहां कहीं जाए वो तेरी रक्षा करे। परमेश्वर साडी रक्षा कर दे। लिखा ना फिर इत्थे आ रहा ना, यदि नगर की रक्षा यहोवा ना करे, अगर परमेश्वर साडे घर दे लोकां दी रक्षा ना करन ते साडा जागना व्यर्थ हो जांदा है। ਅਸੀਂ बेकार हाँ, किसी काम जोगे नहीं। परमेश्वर सानू बल और ताकत दिंदे। मैं तो एक पौलुस की गल पढ़ना चाहती हाँ। पौलुस कहंदा मैं बड़ा परिश्रम किया पर परमेश्वर ने मैनू ताकत दी, ताई मैं परिश्रम कर सकिया। तानू परमेश्वर मैनू एक एग्जाम्पल, मैनू बल और ताकत हिम्मत दे रही है, मैं ताई सब कुछ कर पा रही हूँ। अगर परमेश्वर मैनू बल हिम्मत ताकत ना दे, ना मैं मिनिस्ट्री कर सकती, ना मैं घर नू संभाल सकती। ये सिर्फ परमेश्वर दा बल है जो सानू दिंदा है परमेश्वर। हालेलुया। इधर तक समझ आ गया? इसलिए अपने कम्मां नू, अपनी सोचां नू परमेश्वर नू दे दो। सब कुछ परमेश्वर नू दे दो, अपनी अटेंशन दे दो, अपना हर एक वर्क जो तुसी करदे पे परमेश्वर नू दे दो। परमेश्वर तुहानू संभालणगे। परमेश्वर छोड़न वाला परमेश्वर नहीं। हालेलुया। ਅਸੀਂ दूसरी आयत में पढ़न जा रहे हैं। तुम जो सवेरे उठते और देख करके विश्राम करते हो, दुख भरी रोटी खाते हो, ये सब तुम्हारे लिए व्यर्थ है, क्योंकि वे अपने प्रियों को यूं ही नींद प्रदान करता है। हुन ये आयत क्यों आई? क्योंकि अगर तुसी अगर बाइबल सही तरीके नाल पढ़ी है तो उत्पत्ति दे 3 ਦੇ ਵਿੱਚ ਕੀ ਲਿਖਿਆ? क्योंकि धरती ਕਿਹੜੀ ਸੀ? शापित हो गई सी, कांटे उगांदी है, कांटे उगांदी है ना। किन्नी खेती करनी किन्नी टफ है। पहले तो खेती करते सी, हुण ते चलो चेंज हो गए, पर जो ज़बूर लिखा गया खेती करते सी तो पेड़ बकरियां पालते सी। लिखे ना, तुम जो सवेरे उठते हो देर कर विश्राम करते हो। जो लोग सिर्फ पैसे लिए दौड़ते हैं ना, वो दुख भरी रोटी खाते हैं, पर परमेश्वर अपने प्यार करन वाले नू स्वर्ग तो मन्ना दे दिंदे है। इस आयत दे विच बहुत कुछ है। शापित हो गई सी धरती, आदम ने जो गलती की सी। और जो प्रभु हुणे शापित धरती कित्थों हटी है? जो प्रभु यीशु मसीह ने अपने सिर दे उत्ते कंडिया दा ताज पहनिया, उदों उस जिहड़ी कांटे उगांदी सी वो खत्म हो गया। साडी जिंदगी परमेश्वर ने उपजाऊ कर दी है, फलो फूलो वाली जिंदगी है साडी। अगर मसीह चाके असी गरीब है, ये साडी गलती है। मैं तुहानू उस दिन भी कहा सी ना कि जिन्हां ने साडे को पैसे मंगे, असी हैरान हो गए कि ये साडे नाल ही मसीह दे विच आए सीगे। ठीक है, हाले तक उन्हां दी प्रॉब्लम्स नहीं खत्म हो रही। कल मैंने एक पास्टर का मैसेज आया, कहना मेरी वाइफ बीमार है। मैं क्या ओके ठीक है, कहते दुआ करना। मैं क्या ठीक है, मैं दुआ करूंगी। मैं
ਦੇਣ ਵਾਲੇ ਬਣਾਏ। ਜੇ ਤੁਸੀਂ ਹਮੇਸ਼ਾ ਪਰਮੇਸ਼ਰ ਨੂੰ ਕਹੋਗੇ ਪਰਮੇਸ਼ਰ ਮੇਰੇ ਹੱਥ ਤੇ ਦੇਣ ਵਾਲੇ, ਮੈਂ ਕਿਉਂ ਲਵਾਂ, ਔਰ ਤੁਹਾਨੂੰ ਖੜੇ ਹੋ ਕੇ ਉਸ ਗੱਲ ਤੇ ਸਟੈਂਡ ਕਰਨਾ ਪੈਣਾ ਹੈ। ਸਮਝ ਰਹੇ ਹੋ ਮੇਰੀ ਗੱਲ? ਉਨੇ ਹੀ ਪੈਸੇ ਦੇ ਵਿੱਚ ਗੁਜ਼ਾਰਾ ਕਰਨਾ, ਫਿਰ ਪਰਮੇਸ਼ਰ ਤੁਹਾਡੇ ਲਈ ਆਕਾਸ਼ ਰੂਪੀ ਜੋਗੇ ਖੋਲਣਗੇ। ਜੇ ਤੁਸੀਂ ਆਪਣਾ ਦਿਮਾਗ ਯੂਜ਼ ਕਰ ਰਹੇ ਹੋ ਕਿ ਮੈਂ ਉਹਦੇ ਕੋਲੋਂ ਮੰਗ ਲਾਂ, ਉਹਦੇ ਕੋਲ ਮੰਗ ਲਾਂ, ਉਹਦੇ ਕੋਲ ਮੰਗ ਲਾਂ, ਮੈਂ ਇੱਕ ਪਾਸਟਰ ਆ, ਚਾਹੇ ਜੋ ਵੀ ਇਨਸਾਨ ਆ, ਮੈਂ ਆਪਣਾ ਦਿਮਾਗ ਯੂਜ਼, ਪਰਮੇਸ਼ਰ ਉੱਥੇ ਕਦੇ ਵੀ ਤੁਹਾਡੀ ਮਦਦ ਨਹੀਂ ਕਰਨਗੇ। ਯਾਦ ਰੱਖਣਾ ਇਸ ਚੀਜ਼ ਨੂੰ। ਮੇਰੇ ਲਈ ਖੁਦਾ, ਮੈਂ ਆਪਣੀ ਗੱਲ ਕਰ ਰਹੀ ਹਾਂ ਤੇ ਮੈਂ ਕਿਸੇ, ਮੇਰੇ ਲਈ ਖੁਦਾ ਇੱਕ ਮਹਿੰਗੇ ਸਮਾਨ ਨੂੰ ਸਸਤਾ ਕਰਨ ਦੀ ਤਾਕਤ ਰੱਖਦੇ ਹੈ। ਮੇਰਾ ਖੁਦਾ, ਮੈਂ ਜਿਹੜਾ ਫਰਨੀਚਰ ਲੈ ਕੇ ਮੈਨੂੰ 50% ਮਤਲਬ ਘੱਟ ਤੋਂ ਘੱਟ ਬਹੁਤ ਵਧੀਆ ਤੋਂ ਵਧੀਆ ਸਸਤਾ ਪਿਆ ਹੈ। ਸਮਝ ਰਹੇ ਹੋ? ਕਿਉਂਕਿ ਮੈਂ ਆਪਣਾ ਘਰ ਅੱਛਾ ਬਣਾਉਣਾ ਚਾਹੁੰਦੀ ਹਾਂ, ਪਰ ਖੁਦਾ ਕਹਿੰਦੇ ਮੈਂ ਬਣਾਵਾਂਗਾ, ਤੈਨੂੰ ਪਰਿਸ਼ਰਮ ਕਰਨ ਦੀ ਜ਼ਰੂਰਤ ਨਹੀਂ ਪਏਗੀ, ਮੈਂ ਤੈਨੂੰ ਬੈਸਟ ਚੀਜ਼ਾਂ ਦਵਾਂਗਾ ਜੋ ਤੇਰੇ ਘਮੰਡ ਦੀਆਂ ਕਰੂੰਗੀ, ਪਰ ਮੈਂ ਤੇਰੇ ਲਈ ਤੇਰੀ ਔਕਾਤ ਦੇ ਰਿਕਾਰਡਿੰਗ ਉਸ ਚੀਜ਼ਾਂ ਨੂੰ ਸਸਤਾ ਕਰ ਦਾਂਗਾ। परमेश्वर करन दी ताकत रखते है। और इतने लिखे ना, तुम जो सवेरे उठते देर कर विश्राम करते हो, दुख भरी रोटी खाते हो, ये सब तुम्हारे लिए व्यर्थ है। परमेश्वर ने 5000 लोगों को स्वर्ग तो रोटी खिला दी सी 5 रोटियां नाल, फिर भी असी रोटी की चिंता करते हैं, फिर भी असी बड़ा लगे रहने पैसे के पिछे। मेरे हस्बैंड नहीं दौड़ते, मेरे हस्बैंड ਨੂੰ ਸੈਟਰਡੇ ਨੂੰ ਕੰਮ ਤੇ ਬੁਲਾਇਆ ਜਾਂਦਾ, ਕਹਿੰਦੇ ਨੋ ਸੈਟਰਡੇ ਮੇਰੀ ਫੈਮਿਲੀ ਹੈ, ਕਦੀ ਕਦੀ ਜਾਂਦੇ ਹੈ ਪਰ ਹਮੇਸ਼ਾ ਪੈਸੇ ਲਈ ਨਹੀਂ ਦੌੜਦੇ। ਮੇਰੇ ਹਸਬੈਂਡ 8 ਘੰਟੇ 8.5 8 ਘੰਟੇ ਤੋਂ ਜ਼ਿਆਦਾ ਵਰਕ ਨਹੀਂ ਕਰਦੇ, ਵਾਪਸ ਘਰ ਆ ਜਾਂਦੇ। 10 ਘੰਟੇ ਕੇ ਲੱਗੇ ਹੋਏ, 10 12 12 ਘੰਟੇ 12 ਘੰਟੇ ਲੱਗੇ ਹੋਏ, ਸਵੇਰੇ ਚਲੇ ਜਾਂਦੇ, ਰਾਤੀ 12 ਘੰਟੇ ਕੰਮ ਲੱਗੇ ਹੋਏ, ਪੈਸਾ ਕਮਾਇਓ। ਪੈਸਾ ਕਿੱਥੇ ਜਾ ਰਿਹਾ? ਬੇਕਾਰ ਜਾ ਰਿਹਾ। ਤੁਹਾਡਾ ਪੈਸਾ ਤੁਹਾਡੇ ਕੋਲ ਟਿਕੇਗਾ ਨਹੀਂ। परमेश्वर ने एक नियम ठहराया कि इन्ने ही घंटे काम करो, इन्ने घंटे, पर मैं तुहानू सब कुछ नींद दे विच दे दांगा। अपने काम, अपनी सोचां, अपनी सारियां चीजां परमेश्वर ते दो, अपने दिमाग ते उत्ते ज्यादा बोझ ना पाओ। बोझ पाओगे तुसी परमेश्वर तो दूर हो जाओगे। क्योंकि की होएगा, असीं सिੱਖਿਆ ना कि जिहड़ियां चिंतावां हैगियां ਉਹ बीज ਨੂੰ दबा ਦਿੰਦੀਆਂ। बीज एक वचन ਨੂੰ ਦਬਾ ਦਿੰਦੀਆਂ, वचन ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਚਿੰਤਾਵਾਂ ਨਾਲ ਕੀ ਘਿਰ ਜਾਂਦੇ ਹਾਂ, ਉਹ बीज ਫਲਵੰਤ ਨਹੀਂ ਹੋ ਪਾਉਂਦਾ। बीज ਉਹ ਫਲਵੰਤ ਨਹੀਂ, ਤੁਹਾਡੀ ਇਨਕਮ ਦੇ ਵਿੱਚ ਵੀ ਉਹ ਬਲੇਸਿੰਗ नहीं आएगी ਜੇ ਤੁਸੀਂ पैसे ਦੇ ਪਿੱਛੇ दौड़ोगे। याद रखना, अपने प्यार करने वालों को नींद में ही दे देते। मेरा फेवरेट है। ਜਦੋਂ ਮੈਂ ਇਸ ਘਰ ਦੇ ਵਿੱਚ ਆਈ ਸੀ ਨਾ 5 ਸਾਲ ਪਹਿਲੇ, ਤੇ ਮੈਂ ਇੱਕ ਫਰੈਂਡ ਨਾਲ ਦੁਆ ਕਰ ਰਹੀ ਸੀ, ਉਹਨੇ ਕਿਹਾ ਸੀ ਤੈਨੂੰ ਘਰ ਦੇ ਵਿੱਚ ਹਰ ਇੱਕ ਚੀਜ਼ ਲੱਗੀ ਮਿਲੇਗੀ। ਅੱਜ ਉਸ ਸਮਾਨ ਨੂੰ ਮੈਂ ਸੇਲ ਕਰ ਰਹੀ ਹਾਂ, ਸਭ ਕੁਝ ਲੱਗਾ ਮਿਲ, ਮੈਂ ਉਸ ਘਰ ਦਾ ਸਮਾਨ ਇਸ ਘਰ ਦੇ ਵਿੱਚ ਬਹੁਤ ਥੋੜਾ ਲੈ ਕੇ ਆਈ ਹਾਂ, ਬਹੁਤ ਥੋੜਾ, ਜੋ ਬਹੁਤ ਜ਼ਰੂਰੀ ਸੀ। ਸਾਰਾ ਸਮਾਨ ਇਸ ਘਰ ਦੇ ਵਿੱਚ ਨਵਾਂ ਲੈ। ਕਿਉਂ? ਖੁਦਾ ਦੇਣ ਵਾਲਾ, ਸਾਨੂੰ ਮਿਹਨਤ ਨਹੀਂ ਕਰਨ ਦੀ ਜ਼ਰੂਰਤ ਪਏਗੀ। मैं इसलिए अपनी गवाही ਨੂੰ ਇਸ ਨਾਲ ਸ਼ੇਅਰ ਕਰੀ ਕਿ ਤੁਹਾਨੂੰ ਲੱਗੇ ਕਿ ਖੁਦਾ ਆਪਣੇ ਆਪ ਹੀ ਬੈੱਡ ਦੇਣ ਦੀ ਵੀ ਤਾਕਤ ਰੱਖਦਾ। ਕਿਸੇ ਦੇ ਦਿਲ ਨੂੰ ਬਦਲ ਕੇ ਤੁਹਾਡੇ ਘਰ ਦੇ ਵਿੱਚ ਆਪਣੇ ਆਪ ਬੈੱਡ ਆ ਜਾਏਗਾ। ਮਿਹਨਤ ਉਹ ਲੋਕਾਂ ਲਈ ਹੈ, ਦੁੱਖ ਭਰੀ ਰੋਟੀ ਖਾਂਦੇ ਹੈ। ਔਰ ਕਈ ਲੋਕ ਇੰਨਾ ਪੈਸਾ ਇਕੱਠਾ ਕਰ ਲੈਂਦੇ ਕਿ ਆਪਣੀ ਰੋਟੀ ਵੀ ਨਹੀਂ ਖਾ ਪਾਉਂਦੇ। ਪਤਾ, ਸ਼ੂਗਰ ਹੋ ਜਾਂਦੀ ਉਹਨਾਂ ਨੂੰ, ਸ਼ੂਗਰ ਹੋ ਜਾਂਦੀ ਕਈਆਂ ਨੂੰ ਕੋਈ ਬਿਮਾਰੀ ਲੱਗ ਜਾਂਦੀ, पर जेड़े मेहनत नाल खांदे उन्हां नूं कदी बीमारी नहीं लगती। वो खा ही नहीं सकते। जो पैसे पीछे दौड़दे, एक समा आंदा कि अपनी चीजां दियां उन्हां दी चीजां तो आशीष उठ जांदी है, ना वो खा पांदे चज नाल, ना वो सो पांदे, क्योंकि दुख भरी रोटी खांदे। ਅਸੀਂ ਆਨੰਦ ਨਾਲ ਖਾ ਰਹੇ ਹਾਂ, ਸਭ ਕੁਝ ਖਾ ਰਹੇ ਹਾਂ, ਬ੍ਰੈਡ ਆਫ ਜੀਸਸ ਦੇ ਵਿੱਚ ਕਵਰ ਕਰਦੇ ਹਾਂ, ਆਸ਼ੀਸ਼ ਮੰਗਦੇ ਹਾਂ, ਸਭ ਕੁਝ ਖਾਈ ਜਾਂਦੇ ਪਏ ਹਾਂ। ਸਾਨੂੰ ਕੋਈ ਚੀਜ਼ ਨੁਕਸਾਨ ਹੀ ਨਹੀਂ ਦਿੰਦੀ ਹੈ ਨੁਕਸਾਨ ਕਦੀ ਵੀ ਨਹੀਂ। क्योंकि बाइबल में लिखा है 84 वजन से वह तुमसे कोई भी खरी वस्तु रखना छोड़ेगा। मती 6:33 आयता ना लिखना, मैं वैसे बोल रही हूँ। मती 6:33 लिखे, मेरे और मेरे राज्य की खोज कर सब चीजें तेरे पीछे पड़ के मिलेगी। वो अपने प्यार करने वालों को नींद में ही दे देते, पर असी नींद दे विच लैण दी ताकत रखते पे। भजन संहिता 39 दे विच लिखिया है,
भजन संहिता 39 ਦੀ 6 ਚ ਲਿਖਿਆ है, सचमुच मनुष्य छाया सा चलता फिरता है, सचमुच वे व्यर्थ घबराते हैं, वह धन का सचेत तो करते हैं परंतु नहीं जानता कि उसे कौन लेगा। जो पैसा जो इकट्ठा कर दे, बच्चे उड़ा दिंदे। मैं ਤੁਹਾਨੂੰ ਇੱਕ ਰੀਅਲ ਸੱਚੀ ਗੱਲ ਸੁਣਾਉਂਦੀ ਹਾਂ। ਇੱਕ ਲੇਡੀ ਹੈ ਇੰਗਲੈਂਡ ਦੇ ਵਿੱਚ, ਸਾਡੀ ਜਾਣ ਪਹਿਚਾਣ ਦੇ ਵਿੱਚ ਹੈ, ਇੰਗਲੈਂਡ ਦੇ ਵਿੱਚ। ਬੜੇ ਧਿਆਨ ਨਾਲ ਗੱਲ ਸੁਣਿਓ। ਉਹ ਕਿੰਨੇ ਸਾਲ ਇੰਡੀਆ ਨਹੀਂ ਗਈ, ਉਹਦੇ ਫਾਦਰ ਨੇ ਇੰਨਾ ਪੈਸਾ ਇਕੱਠਾ ਕੀਤਾ, 25-30 ਲੱਖ ਤੋਂ ਜ਼ਿਆਦਾ ਹੋਏਗਾ, ਕਰੋੜ ਰੁਪਏ ਇਕੱਠਾ ਕੀਤਾ। ਨਾ ਇੰਗਲੈਂਡ ਗਿਆ, ਨਾ ਆਪਣੀ ਕੁੜੀ ਨੂੰ ਕਦੀ ਇੰਗਲੈਂਡ ਆਉਣ ਦਿੱਤਾ। ਜਦੋਂ ਫਾਦਰ ਮਤਲਬ ਕੰਜੂਸੀ ਨਾਲ ਪੈਸਾ ਇਕੱਠਾ ਕਰ ਰਿਹਾ ਸੀਗਾ, ਬੁੱਢਾ ਸੀ, ਆਰਮੀ ਰਿਟਾਇਰ, ਬਹੁਤ ਵੱਡੀ ਫੋਰਸ ਤੋਂ ਰਿਟਾਇਰ ਹੋਇਆ ਸੀ, ਪੋਜੀਸ਼ਨ ਤੋਂ ਰਿਟਾਇਰ ਹੋਇਆ ਸੀ। ਸਾਡੀ ਜਾਣ ਪਹਿਚਾਣ ਦੀ ਗੱਲ ਹੈ, ਮੈਂ ਸੁਣਾ ਰਹੀ ਹਾਂ ਤੁਹਾਨੂੰ, ਸੱਚੀ ਗੱਲ ਸੁਣਾ ਰਹੀ ਹਾਂ। ਉਹਨੇ ਕੀ ਕੀਤਾ, ਪੈਸਾ ਇਕੱਠਾ ਕੀਤਾ, ਕਿੰਨੇ ਪਲਾਟ ਲਏ, ਆਪਣੀ ਬੇਟੀ ਨੂੰ ਇੱਕ ਘਰ ਬਣਾ ਕੇ ਦਿੱਤਾ, ਦੂਜਾ ਘਰ ਬਣਾ ਕੇ ਦਿੱਤਾ, ਆਪਣਾ ਘਰ ਵੀ ਨਾਮ ਕਰ ਦਿੱਤਾ, ਪਰ ਨੌਕਰਾਂ ਚਾਕਰਾਂ ਦੇ ਵਿੱਚ ਰਿਹਾ। ਅੱਛਾ, ਜਦੋਂ ਉਹ ਆਦਮੀ ਮਰ ਗਿਆ ਬੁੱਢਾ, ਕੁੜੀ ਨੇ 6 ਮਹੀਨੇ ਦੇ ਵਿੱਚ 50 ਲੱਖ ਖਤਮ ਕਰ ਦਿੱਤਾ। ਜੋੜਨ ਚ ਕਿੰਨਾ ਟਾਈਮ ਲੱਗਾ। ਇੰਗਲੈਂਡ ਤੋਂ ਜਾਣਾ, ਹੋਟਲਾਂ ਦੇ ਵਿੱਚ ਰਹਿਣਾ, ਹੋਟਲਾਂ ਦੇ ਵਿੱਚ ਖਾਣਾ, ਆਪਣੇ ਮੁੰਡੇ ਦਾ ਵਿਆਹ ਕਰ ਦਿੱਤਾ, ਸਭ ਕੁਝ ਕਰ ਦਿੱਤਾ, ਜੋ ਜ਼ੀਰੋ ਹੋ ਗਏ ਬਣ। ਕਹਿੰਦੇ ਪੈਸਾ ਵੀ ਕਿਸੇ ਕਿਸੇ ਨੂੰ ਹੀ ਫਲਦਾ ਹੈ, ਪੈਸਾ ਸੰਭਾਲਣ ਲਈ ਬੁੱਧ ਚਾਹੀਦੀ। ਕਈ ਲੋਕ 10 ਰੁਪਏ ਨਾਲ ਗੁਜ਼ਾਰਾ ਵੀ ਕਰ ਲੈਂਦੇ ਆ, ਪਰ ਜੇ ਪਰਮੇਸ਼ਰ ਬੁੱਧ ਦੇ, ਉਹਦੀ ਕਹਿੰਦੇ ਦੁਸ਼ਟ ਦੇ ਧਨ ਨਾਲੋਂ ਧਰਮੀ ਦੇ ਧਨ ਦੇ ਵਿੱਚ ਬੜੀ ਬਰਕਤ ਹੁੰਦੀ। ਤੇ ਮੈਂ ਕੱਲ ਆਪਣੇ ਹਸਬੈਂਡ ਨਾਲ ਸੀ, ਮੈਂ ਕਿਹਾ ਖੁਦਾ ਨੇ ਕਿੰਨਾ ਅੱਛਾ ਸਮਾਂ ਦਿੱਤਾ ਨਾ, ਤੇ ਮੈਂ ਕਿਹਾ ਖੁਦਾ ਨੇ ਕਹਿੰਦੇ ਧਰਮੀ ਦੇ ਧਨ ਦੇ ਵਿੱਚ, ਥੋੜੇ ਧਨ ਦੇ ਵਿੱਚ ਬਹੁਤ ਬਰਕਤ ਹੈ। ਮੈਂ ਕਿਹਾ ਜੇ ਚੀਜ਼ਾਂ ਮੇਰੀ ਜ਼ਿੰਦਗੀ 'ਚ ਪੂਰੀਆਂ ਹੋ ਰਹੀਆਂ, ਮੈਂ ਕਿਹਾ ਖੁਦਾ ਦਾ ਧੰਨਵਾਦ ਕਰਦੀ ਹਾਂ, ਮੇਰੀ ਜ਼ਿੰਦਗੀ 'ਚ ਪੂਰੀਆਂ ਹੋ ਰਹੀਆਂ। ਕਿੱਥੋਂ ਕਿੱਥੋਂ ਚੀਜ਼ਾਂ ਆ ਰਹੀਆਂ ਮੈਂ ਨਹੀਂ ਜਾਣਦੀ, ਕਿੱਦਾਂ ਪਰਮੇਸ਼ਰ ਮੁਹੱਈਆ ਕਰਾ ਰਿਹਾ ਮੈਂ ਨਹੀਂ ਜਾਣਦੀ, ਪਰ ਉਹ ਆਪਣੇ ਪਿਆਰ ਕਰਨ ਵਾਲਿਆਂ ਨੂੰ ਨੀਂਦ 'ਚ ਹੀ ਦੇ ਦਿੰਦਾ। ਭਜਨ ਸੰਹਿਤਾ 84 ਦੀ 12 ਆਇਤ ਨੂੰ ਪੜਾਂਗੇ। भजन संहिता 84। हे सेना दे यहोवा, धन है ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ। ਹਾਲੇਲੂਇਆ। नहीं 11 है, सॉरी मेरे को इतने 12 लिखी, 11 है, 11 और 12। ਯਹੋਵਾ ਪਰਮੇਸ਼ਵਰ ਇੱਕ ਸੂਰਜ ਤੇ ਇੱਕ ਢਾਲ ਹੈ। ਯਹੋਵਾ ਦਇਆ ਤੇ ਤੇਜ ਦੇਵੇਗਾ, ਉਸ ਦਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ। 12 ਹੇ ਸੈਨਾ ਦੇ ਯਹੋਵਾ, ਧਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ है। हालेलुया। मतलब धन्य है वह मनुष्य जो तुझ पर भरोसा रखता है, धन्य है वह पुरुष जो तुझ पे भरोसा रखता है। लेकिन जो लोग खरी चाल चलते हैं उनसे वह कोई अच्छी वस्तु रख ना छोड़ेगा, कोई भी अच्छी वस्तु रख ना छोड़ेगा। 11 आयत दे विच लिखिया है, क्योंकि यहोवा परमेश्वर सूर्य और ढाल है। सूरज शाइन करदा, ਉਹਨੂੰ ਕੋਈ ਛੁਪਾ ਸਕਦਾ ਹੈ ਸੂਰਜ ਨੂੰ? ਉਹਦੀ ਰੋਸ਼ਨੀ ਆਣੀ ਹੀ ਆਣੀ ਅੰਦਰ, ਪਰਦੇ ਲਗਾ ਲਓ ਫੇਰ ਵੀ ਰੋਸ਼ਨੀ ਆਏਗੀ ਆਏਗੀ। ਢਾਲ ਏਦਾਂ ਦੀ ਕੋਈ ਵੀ ਤਲਵਾਰ ਮਾਰੇ ਪਰ ਉਹ ਢਾਲ ਸਾਨੂੰ ਬਚਾਏਗੀ ਬਚਾਏਗੀ। ਉਹ ਸਾਡੀ ਢਾਲ ਹੈ, ਸਾਡੀ ਰੋਸ਼ਨੀ ਹੈ, ਜੋ ਸਾਨੂੰ ਰੋਸ਼ਨੀ ਦਿੰਦਾ, ਸਾਨੂੰ ਬਚਾਉਂਦਾ ਹੈ। ਯਹੋਵਾ ਅਨੁਗ੍ਰਹਿ ਕਰੇਗਾ, परमेश्वर आशीष देगा, महिमा देगा, रिस्पेक्ट मिलेगी, महिमा मिलेगी, इज्जत मिलेगी। जो लोग खरी पर इतने पर लगा रही, जो लोग खरी चाल चलते हैं, खरी अच्छी परमेश्वर ਨੂੰ मन पांदी हुई चाल चलते हैं, उनसे वे कोई अच्छी वस्तु रखना, कोई भी अच्छी वस्तु, चाहे गर्भ ਦਾ फल क्यों ना होवे, सब तो बेस्ट चीज गर्भ ਦਾ फल है। सब तो उस तो बाद घर और रोटी, पहले घर और रोटी की जरूरत होती है, उस तो बाद ही बच्चे आंदे। कोई भी अच्छी वस्तु जो तुम्हारी जिंदगी च जिस चीज की जरूरत है, कोई भी अच्छी लिखा, कोई भी जड़ी भी जरूरत अच्छी वस्तु रख नहीं छोड़ेगा। जो लोग खरी चाल चलते हैं और परमेश्वर ते भरोसा रखते हैं, उन्होंने परमेश्वर बेस्ट चीजां दोगे, नींद दे विच दे दोगे।
एग्जाम्पल रूत 2 अध्याय ਉਹਦੀ 7 ਆਇਤ। दो अध्याय ਉਹਦੀ 7 ਆਇਤ रूत। ਅਤੇ ਉਹ ਬੋਲੀ, ਮੈਨੂੰ ਵਾਢਿਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ। ਸੋ ਉਹ ਆਈ ਅਤੇ ਸਵੇਰ ਤੋਂ ਹੁਣ ਤੋੜੀ ਲੱਗੀ ਰਹੀ ਅਤੇ ਰਤਾ ਨੂੰ ਵਿਸਰਾਮ ਕਰਨ ਲਈ ਘਰ ਵਿੱਚ ਠਹਿਰੀ। ਹਾਲੇਲੂਇਆ। ਹਾਲੇਲੂਇਆ। ਹੁਣ ਇੱਥੇ रूत ਦੀ ਕਹਾਣੀ ਕਿ ਇਹਨਾਂ ਨੂੰ ਪਤਾ ਹੈ, ਉੱਥੇ ਇੱਕ ਆਦਮੀ ਨੇ ਕੀ ਕਿਹਾ ਸੀਗਾ ਕਿ ਇਹਨੂੰ ਤੰਗ ਨਾ ਕਰਿਓ, ਸਾਈਡ ਤੇ ਜ਼ਿਆਦਾ ਕਣਕ ਛੋੜ ਦਿਓ ਕਿ ਇਹਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਏ, क्योंकि ਇਹਨੇ ਇੱਕ ਬੁੱਢੀ ਨਾਲ ਪ੍ਰੀਤੀ ਨਿਭਾਈ, ਆਪਣੀ ਸੱਸ ਨਾਲ ਪ੍ਰੀਤੀ ਨਿਭਾਈ ਔਰ ਪਰਮੇਸ਼ਰ ਤੇ ਭਰੋਸਾ ਰੱਖਿਆ। ਔਰ रूत अच्छे घराने ਦੀ ਸੀ, ਪਰ ਉਹਨੇ ਪਰਮੇਸ਼ਰ ਤੇ ਭਰੋਸਾ ਰੱਖਿਆ, ਉਹਨੇ ਅੱਛੀ ਚਾਲ ਚੱਲੀ ਤੇ ਕੀ ਮਿਲਿਆ ਉਹਨੂੰ? तो वह आई और भोर से अब तक यही है, केवल थोड़ी देर तक घर में रही है। तब मुआज ने रूह से कहा, हे मेरी बेटी, क्या तू सुनती है? किसी दूसरे के खेत में बिनने ना जाना, मेरी ही दासियों के संग यही रहना। जिस खेत को वे लवने हो उसी को तेरा ध्यान बंधा रहे, उन्हीं के पीछे पीछे चला करना, क्योंकि मैंने जवानों को आज्ञा दी है कि वह तुझे तंग ना करे। जब जब तुझे प्यास लगे तब तब तू बर्तन के पास जाकर पानी पीना, जिससे जवान लोग भरते हैं। मतलब ਅੱਗੇ ਜਦੋਂ ਤੁਸੀਂ ਬਾਅਦ ਚੋਂ ਪੂਰਾ ਪੜੋਗੇ ਨਾ 2 ਅਧਿਆਏ 7 ਤੋਂ ਲੈ ਕੇ ਅੱਗੇ, ਉਹਨੇ ਉਹਨੂੰ ਇੰਨੀ ਆਸ਼ੀਸ਼ ਦਿੱਤੀ ਕਿ ਉਹਨੇ ਕਿਹਾ ਕਿ ਇਹਨੂੰ ਤੰਗ ਨਹੀਂ ਕਰਨਾ, ਮੇਰੇ ਖੇਤ 'ਚ ਹੀ ਜਾਣਾ, ਕਿਤੇ ਹੋਰ ਨਹੀਂ ਜਾਣਾ। ਇਹ ਕੀ ਸੀਗੀ? ਇੱਕ ਆਸ਼ੀਸ਼ ਸੀਗੀ। ਉਸੇ ਖੇਤ 'ਚ ਚੁਗਦੀ ਉਸੇ ਖੇਤ ਦੀ ਉਹ ਮਾਲਕਨ ਬਣ ਗਈ। रूत, ਭਰੋਸਾ, ਵਿਸ਼ਵਾਸ, दोबारा ਉਹਨੂੰ कभी खेत चुगन जाना नहीं पिया रूत। वो अपने प्यार करने वालों को नींद में बेस्ट चीज़ां, शायद वो किसी होर खेत 'ਚ ਜਾਂਦੀ ਤੇ ਉਹਨੂੰ ਬੜਾ ਦੁੱਖ ਮਿਲਦਾ, ਥੋੜਾ ਮਿਲਦਾ, ਪਰ ਜਦੋਂ ਤੁਸੀਂ ਅੱਗੇ ਸਾਰਾ ਪੜ੍ਹਦੇ ਜਾਓਗੇ ਨਾ, ਸਾਰਾ ਪੜੋਗੇ ਨਾ ਅੱਗੇ ਤੱਕ, ਕਿ ਉਹਨੂੰ ਕਹਿਤਾ ਸੀ ਕਿ ਜ਼ਿਆਦਾ ਪੁਲੀਆਂ ਛੋੜ ਦੋ, ਕਿ ਇਹਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਏ, ਜ਼ਿਆਦਾ ਛੋੜ ਦੋ, ਜ਼ਿਆਦਾ ਬਚੋ ਪੜਨਾ। परमेश्वर ਏਦਾਂ ਦੇਣ ਦੀ ਤਾਕਤ ਰੱਖਦੇ ਹੈ। ਨੀਂਦ ਵਿੱਚ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਇੰਨਾ ਹਾਰਡ ਵਰਕ ਕਰਨੀ ਪੈਂਦਾ, ਬੜੇ ਆਰਾਮ ਨਾਲ ਸਭ ਚੀਜ਼ਾਂ ਮਿਲ ਜਾਂਦੀਆਂ। ਹਾਲੇਲੂਇਆ। ਲਾਸਟ ਆਇਤ ਪੜਨ ਜਾ ਰਹੀ ਹਾਂ ਮੈਂ, ਵਿਵਸਥਾ ਵਿਵਰਣ 8 ਉਹਦੀ 3। ਮੈਂ ਕਲੋਜ਼ ਕਰਾਂ। ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ, ਅਤੇ ਉਹ ਮਨ ਜਿਸਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ, ਤਾਂ ਜੋ ਤੁਹਾਨੂੰ ਸਿਖਾਵੇ ਕਿ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ आदमी जिंदा रहेगा। हालेलुया। हालेलुया, हालेलुया। समझ आई? मेरी फेवरेट आयत है। उसने तुझको नम बनाया, भूखा भी होने दिया, फिर वह मन्ना जिसे ना तो तू ना ही तेरे पुरख जानते थे वही तुझको खिलाया। आशीष, बिना मेहनत किते उन्होंने 40 साल रोटी खाती। आज भी ये ना तुसी काम ही करना छाड़ दो इस आयत तो बाद, परमेश्वर अपने स्वर्ग तो मन्ना दोगे, वो समय निकल चुका है। हालेलुया, हालेलुया। मतलब परमेश्वर ने क्या, ना तेरे पुरख जानते सी ना तू जानता सी, मैं तेनू स्वर्ग तो मन्ना खिलाया। खुदा आज भी बैंक बैलेंस ब्लेस करन दी ताकत रखती है। आज भी हालेलुया। आज भी ਤੁਹਾਡਾ ਪੈਸਾ ਜਿਹੜਾ ਦਵਾਈਆਂ 'ਚ ਲੱਗਦਾ ਪਿਆ, ਪਰਮੇਸ਼ਰ ਉਹਨੂੰ ਤੋਕਣ ਦੀ ਤਾਕਤ ਰੱਖਦੇ ਹੈ। ਤੁਹਾਡੇ डॉक्टरों को फजूल पैसा, वकीलों को फजूल पैसा जाना परमेश्वर रोकन की ताकत रखते है। परमेश्वर तुहानू देखदे है, परखदे कि एदा मेरे उत्ते कितना भरोसा है। पे लिखिया ना, वही तुझको खिलाया इसलिए कि वह तुझको सिखाए कि मनुष्य केवल रोटी ही से नहीं जीवित रहता, परंतु जो वचन यहोवा के मुख से निकला है
ਜੋ ਵਚਨ ਬਾਈਬਲ ਦੇ ਵਿੱਚ ਕਹਿ ਦਿੱਤਾ ਹੈ ਕਿ ਮੈਂ ਤੇਰਾ ਘਰ ਬਣਾਵਾਂਗਾ, ਮੈਂ ਤੈਨੂੰ ਪਿਆਰ ਕਰਨ ਵਾਲਿਆਂ ਨੂੰ ਆਪਣੇ ਨੀਂਦ 'ਚ ਹੀ ਦੇ ਦਾਂਗਾ, ਉਹ ਸਭ ਕੁਝ ਦੇਣ ਦੀ ਤਾਕਤ ਰੱਖਦਾ ਹੈ। ਪਰ ਤੁਸੀਂ ਵਚਨ ਤੇ ਖੜੇ ਹੋ, ਉਸ ਵਚਨ ਤੇ ਮਹੀਨੋਂ ਤੱਕ ਖੜੇ ਰਹਿਣਾ ਪੈਂਦਾ। ਮੈਨੂੰ ਖੁਦਾ ਨੇ ਹੁਣ ਫੇਰ 2 ਵਚਨ ਦਿੱਤੇ ਹੋਏ ਆ, ਹਲੇ ਮੈਂ ਉਹ ਵਚਨਾਂ ਦੇ ਉੱਤੇ ਖੜੀ ਹਾਂ। ਜਿਸ ਦਿਨ ਉਹ ਵਚਨਾਂ ਦੇ ਦੁਆਰਾ ਮੇਰੀ ਗਵਾਹੀ ਬਣ ਗਈ, ਮੈਂ ਤੁਹਾਨੂੰ ਜ਼ਰੂਰ ਉਸ ਵਚਨਾਂ ਨੂੰ ਵੀ ਸ਼ੇਅਰ ਕਰਾਂਗੀ, ਕਿਉਂਕਿ ਅਸੀਂ ਵਚਨ ਦੇ ਉੱਤੇ ਸਟੈਂਡ ਕਰਨਾ ਹੈ। लिखे है ना, परंतु जो जो वचन यहोवा के मुख से निकला है उन्हीं से वे जीवित रहता है। जो अगर तुसी क्या ना परमेश्वर मैं नहीं मरांगी, परमेश्वर कहते मैं तेन मरन नहीं दूंगा। जो तुसी कहता मेरा मरना चंगा, मैं मर ही जावां भला, तुसी अपने डोर ओपन कर रहे हो उस स्पिरिट्स लई जो मौत दी हैं। समझ रहे हो? मैं नहीं मरांगी, मैं परमेश्वर दे कम्मां दा वर्णन करांगी, मेरा घर परमेश्वर बनाएंगे। एक होर मैनू खुदा दा आत्मा कह रहा है, आयत नू पढ़, मैं लिखी हुई सी, वो मिस हो गई मेरे तो। पहली कुरंथियां 15 अध्याय ओदी 10 आयत। पहली कुरंथियां 15 अध्याय 10 आयत मैं ही पढ़ दी। परंतु मैं जो कुछ हूं परमेश्वर के अनुग्रह से हूं। अगर आज मैं प्रचार कर रही हूं, अगर आज मेरा घर है, अगर जो कुछ भी मेरे को है परमेश्वर दे अनुग्रह नाल है, ओदी आशीष नाल है। अगर चंगे हैं, वड्डियां वड्डियां बीमारियां तो बचे हुए हैं, वो भी परमेश्वर दे अनुग्रह तो ही है, ओदी दया तो ही है। उसका अनुग्रह जो मुझ पर हुआ वो व्यर्थ नहीं हुआ। अगर परमेश्वर का अनुग्रह मेरे ते होया, तुहाडे ते व्यर्थ नहीं गया। लिखे ना, वह व्यर्थ नहीं हुआ, परंतु मैंने उन सबसे बढ़कर परिश्रम भी किया। केदे विच परिश्रम किया? उन्हें परमेश्वर दे विच परिश्रम किया। पौलुस ने परमेश्वर दे विच परिश्रम किया। लिखे ना, परंतु मैंने उन सबसे बढ़कर परिश्रम भी किया, तो भी ये मेरी ओर से नहीं परंतु परमेश्वर के अनुग्रह से जो मुझ पर था। तुसी राती 6 घंटे नहीं जा सकते, 4 घंटे नहीं जा सकते, परमेश्वर का अनुग्रह है जो तुसी 2 घंटे बैठ के मीटिंग में सुनते हो, तुसी घंटा दुआ कर सकते हो। ये सब चीज़ां परमेश्वर के अनुग्रह नाल हुंदियां। कोई भी अपने आप कुछ नहीं कर सकता, पर कहंदा जिहड़ा अनुग्रह मेरे ते हो गया ਉਹਨੂੰ मैं व्यर्थ नहीं जान दिता, मैं उसनू मेहनत की। कोई कहता परमेश्वर कह रहे प्रार्थना करो, बाद चो कर लांगे, यही कह देंगे ना किसी टाइम, बाद चो कर लांगे। जो राती मैनू ये आयतां मिल रही सी ना स्वर्ग तो मैं राती थके पे सी, असी मैं बेड ते बैठ के कलाम दोबारा तैयार किया। दोबारा तैयार किए हुए कलाम नू परमेश्वर ने दोबारा तैयार करवाया कि नहीं तू अपनी मर्जी दी आयतां नहीं बोलेंगी, तू मेरी मर्जी दी आयतां बोलेंगी। ठीक है ना, मेरी मेहनत व्यर्थ गई, पर परमेश्वर कहते जो मैं करवावांगा वो। पर इत्थे एक गल करी कि मैं भी एक एफर्ट किया, उठ के बैठी, कहते नहीं नहीं तैयार है, कल सवेरे फिर कर लांगे। पर सीरियसली सवेरे फिर असी 2 जगह बाहर निकले क्योंकि काम सीगे। हले मैं अपने बेटे का डॉक्टर चेंज करना, क्योंकि कार्ड चेंज किया, बड़िया चीज़ां चेंज करनियां होंदियां, एड्रैस चेंज करना होंदा, ये बहुत वर्क होंदा, दौड़ लगी हुई है। तो जो पर व्यर्थ ना जान दो जो अनुग्रह तुहाडे ते हो चुका है, तां ही तुहाडा स्वर्गीय घर बनेगा। मैं अज घर दे उत्ते कलाम कीता है, यदि घर को यहोवा ना बनाए तो उसका परिश्रम करने का व्यर्थ जाता है। परमेश्वर साडियां चीज़ां ते मोहर लगांदा है, किसी भी चीज़ ते, किसी भी चीज़ ते। इसलिए परमेश्वर दे वचन नू पकड़ लो और ओदे ते स्टैंड ले लो। परमेश्वर आज नहीं ते 10 साल बाद नहीं, 5 साल बाद परमेश्वर उस चीज़ नू पूरा करेगा। अगर तुहाडे लिए वेस्ट होएगा तो परमेश्वर उस चीज़ नू पूरा कर देंगे, अगर तुहाडे लिए नहीं सही होएगा परमेश्वर उस चीज़ नू पूरा नहीं करेंगे। हालेलुया। इस कलाम दे पढ़े सुनन जानते खुदा तुहानू ब्लैस करन। ये कलाम साडी हिरदे रूपी पट्टियां दे उपर लिखे जाए, कोई भी अंधकार दी शक्ति शैतान तक इस कलाम नू चुरा ना सके, यीशु मसीह मसीह दे नाम विच आमेन आमेन। गॉड ब्लेस यू, गॉड ब्लेस यू, गॉड ब्लेस यू। हालेलुया। मैं दुआ भी करन जा रही हां।
खुदा ਤੁਹਾਨੂੰ ਸਾਰਿਆਂ ਨੂੰ ਕਰ ਦੇ। वो येरी है मुहैया कराने वाला, वो अल्फा है, मेगा है, आदि है, अंत है। ਜਿਹੜੀ ਜਿਹੜੀ ਚੀਜ਼ਾਂ ਤੁਸੀਂ ਪਰਮੇਸ਼ਰ ਤੋਂ ਮੰਗ ਰਹੇ ਹੋ, ਪਰਮੇਸ਼ਰ ਚੀਜ਼ਾਂ ਦੇ ਉੱਤੇ ਮੋਹਰ ਲਗਾ। ਹਾਲੇਲੂਇਆ। ਇਸ ਸੰਸਾਰ ਦੇ ਵਿੱਚ ਪਰਿਸ਼ਰਮ ਨਾ ਕਰੀਏ। ਹਾਲੇਲੂਇਆ। परमेश्वर दे स्वर्गीय काल लिए परिश्रम करिए, जो प्रभु यीशु मसीह ने यूहन्ना 14 दे विच लिखा है कि मैं जाऊंगा तुम्हारे लिए घर बनाऊंगा। मेरे परमेश्वर के पास बहुत से घर है। हालेलुया। बहुत से रहने का स्थान है। उस रहने के स्थान के लिए परमेश्वर हम मेहनत करें मेरे जिंदा खुदा। इस संसार की चीजों के लिए ना मेहनत करें, क्योंकि आपने कहा मैं अपने प्यार करने वालों को नींद में ही दे देता हूँ। जो खरी चाल चलते हैं परमेश्वर, जो आपके ऊपर भरोसा रखते हैं मेरे जिंदा खुदा, आप सब कुछ देने की ताकत रखते हैं परमेश्वर, जैसे आपने रूत के लिए मेरे जिंदा खुदा परमेश्वर वो नियम के मेरे जिंदा खुदा, उस दास के मेरे जिंदा खुदा दिल को बदला मेरे जिंदा खुदा, और उसने कहा कि किसी की और खेत में ना जाना, यहीं पे रहना और यहीं से चुगना, और अपने दासों का कहा कि इसे तंग मत करना। हालेलुया। परमेश्वर आप हमारे लिए भी बोलिए मेरे जिंदा खुदा कि हमें कोई तंग ना करे, हमें कोई अपने कामों में सताए ना मेरे जिंदा खुदा। अगर हमारी संसारिक जॉब है परमेश्वर, अगर हमें परिश्रम करते हुए कोई प्रॉब्लम आ रही है मेरे जिंदा खुदा, कोई हमें तंग ना करे मेरे जिंदा खुदा। आप उसे लुढ़किए मेरे जिंदा खुदा, आप उसे दांतिए मेरे जिंदा खुदा। आपकी आंखें हमेशा हमारी तरफ लगी रहे मेरे जिंदा खुदा, क्योंकि पवित्र शास्त्र में लिखा है परमेश्वर ना सोता है ना ऊँगता है, परमेश्वर दिन रात तुम्हारी रक्षा करेगा, वह क्षण क्षण तुम्हें सींचेगा मेरे जिंदा खुदा। हमारी रक्षा करिए मेरे जिंदा खुदा, आपके दूत हमारी रक्षा करे, हमें क्षण क्षण सींचे मेरे जिंदा खुदा, हमें बढ़ाएं परमेश्वर मेरे जिंदा खुदा। हम देवदार की तरह बढ़े मेरे जिंदा खुदा मेरे परमेश्वर, और आपके आंगन में लगाए जाए, हमेशा फले फूले मेरे जिंदा खुदा। आपने हमें आशीषित किया कि हम फले फूले और फल लेके आए मेरे जिंदा खुदा। हम लोगों के दिलों में आपका घर बनाए, आपका मंदिर बनाए मेरे जिंदा खुदा परमेश्वर, और मेरे जिंदा खुदा हम आपके आंगन में हमेशा मेरे जिंदा खुदा लहराते रहे मेरे परमेश्वर। दयावान परमेश्वर आपकी दया मांगते हैं, करुणामय परमेश्वर आपकी करुणा मांगते हैं, सामर्थी खुदा आपका सामर्थ मांगते हैं मेरे जिंदा खुदा। एक एक के ऊपर परमेश्वर मैं आपकी दया मांगती हूँ मेरे जिंदा खुदा। मैं नहीं जानती नहीं किस चीज की जरूरत है मेरे जिंदा खुदा, इस ऑल्टर पे मेरे जिंदा खुदा आपके तखत के आगे आए हैं मेरे जिंदा खुदा, आप इन्हें मुहैया कराइए मेरे जिंदा खुदा। खाने ने खेल लखारस्तन मशोरस्तन मवाला, जो बीमार है मेरे जिंदा खुदा उसे चंगा करिए परमेश्वर मेरे जिंदा खुदा। जो बीमार है मेरे जिंदा खुदा उनके ऊपर मैं आपका छिदा हुआ दाहिना हाथ मांग लेती हूँ मेरे जिंदा खुदा, चंगाई को मांग लेती हूँ मेरे जिंदा खुदा। जिसके पास घर नहीं मेरे जिंदा खुदा आप उसे घर दीजिए मेरे परमेश्वर। जिसके पास बच्चे नहीं मेरे जिंदा खुदा से आनंद करने वाली माता बनाइए मेरे परमेश्वर। हालेलुया। जिसके पास काम नहीं उसे काम मुहैया कराइए मेरे परमेश्वर, उसके हाथों के कामों को दृढ़ करिए मेरे परमेश्वर। वान खारस्तन नम बाला खारस्तन वो न खोरस्तन नम बाला खारस्तन नम शोरस्तन नम दानन खेरस्तन नम शोरस्तन नम बाला खारस्तन नम शानस्तन नम। मेरे जिंदा खुदा जो शैतान के जकड़े हुए हैं मेरे जिंदा खुदा, जो बीमारियों की परेशानियों की उदासी निराशा मेरे जिंदा खुदा मेरे परमेश्वर, हर एक दुष्ट आत्मा के शैतान के जकड़े हुए यीशु मसीह नासरी के नाम से वो आजाद हो जाए परमेश्वर। उन्हें छुइए और चंगा करिए मेरे जिंदा खुदा। खाने ने खेल लखारस्तन नम बाला लखारस्तन वान ने खेरस्तन नम शोरस्तन नम बाला। मैं इन सबके लिए चंगाई को मांग लेती हूँ, छुटकारे को मांग लेती हूँ इस ऑल्टर के आगे, इस तखत के आगे मेरे जिंदा खुदा। खामा मामा शोरस्तन नम बाला लखारस्तन नम वीन नखारस्तन नम शोरस्तन नम बाला लखारस्तन नम मान ने खेरस्तन नम मान नखारा रब्बा वाबा रास्तन नम दोरस्तन नम दारसन। सबके ऊपर दया मांगती हूँ, करना मांगती हूँ परमेश्वर, बल ताकत सामर्थ का आत्मा मांग लेती हूँ यीशु मसीह नासरी के नाम से। जो कुछ विश्वास के साथ मांगा गया वो हमें मिल चुका है यीशु के नाम से। आमेन 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 आमेन। गॉड 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 ब्लेस यू। कोई कुछ कहना चाहता है कह सकता है। मैं माइक ओपन कर रही हूँ साਰਿਆਂ ਨੂੰ। गॉड ब्लेस यू। ਕਿਸੇ ਦੀ ਪ੍ਰੇ ਰਿਕੁਐਸਟ ਹੈ ਉਹ ਮੈਨੂੰ ਲਿਖਵਾ ਸਕਦੇ ਹੈ। जेएमसी की पास जी माइक बंद है दी। हाँ जी जय हाँ जी गॉड ब्लेस यू पास जी। बहुत सामर्थी कलाम सी। सो प्रभु तुहानू होर बरकत दे, होर ब्लेस करे।
ਜੋ ਤੁਹਾਡਾ ਸਵਰਗ ਦੇ ਵਿੱਚ ਘਰ ਤਾਂ ਬਣ ਗਿਆ ਹੈ, ਵਿਸ਼ਵਾਸ ਆ ਪ੍ਰਭੂ ਨੇ ਤੁਹਾਨੂੰ ਨਵਾਂ ਘਰ ਧਰਤੀ ਤੇ ਵੀ ਦਿੱਤਾ ਹੈ, ਉਹਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਪਰਮੇਸ਼ਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਔਰ ਪਰਮੇਸ਼ਰ ਇਸ ਪਲੇਟਫਾਰਮ ਤੇ ਸਭ ਨੂੰ ਇਹ ਆਸ਼ੀਸ਼ ਪ੍ਰਦਾਨ ਕਰਨ ਯਿਸੂ ਮਸੀਹ ਦੇ ਨਾਮ 'ਚ। ਸੋ ਪਾਸਟਰ ਜੀ ਮੇਰੀ ਪ੍ਰੇਅਰ ਰਿਕੁਐਸਟ ਆ, ਅੱਜ ਮੇਰਾ ਬਰਥਡੇ ਆ, ਜਰੂਰ ਮੇਰੇ ਲਈ ਪ੍ਰੇਅਰ ਕਰਿਓ। Okay, happy birthday किरण। ਥੈਂਕ ਯੂ। हैप्पी बर्थडे, हैप्पी बर्थडे। मेरी यही दुआ रहेगी किरण तेरे लिए हमेशा कि तू परमेश्वर ਦੇ ਨਾਮ ਔਰ ਵਿਸ਼ਵਾਸ ਦੇ ਵਿੱਚ ਵਧੇ ਔਰ ਪਰਮੇਸ਼ਰ ਦੇ ਰਾਜ ਨੂੰ ਫੈਲਾਉਣ ਵਾਲੀ ਬਣੇ ਔਰ ਪਰਮੇਸ਼ਰ ਦੀ ਅੱਛੀ ਇੱਕ ਦਾਤਰੀ ਬਣੇ ਕਿ ਪਰਮੇਸ਼ਰ ਦੇ ਮਨ ਨੂੰ ਆਨੰਦਿਤ ਕਰੇ, ਹਮੇਸ਼ਾ ਪਰਮੇਸ਼ਰ ਦੇ ਮਨ ਨੂੰ ਆਨੰਦਿਤ ਕਰੇ ਔਰ ਪਰਮੇਸ਼ਰ ਨੂੰ ਤੂੰ ਪਾਏ ਔਰ ਤੇਰੀ ਹਰ ਇੱਕ ਦੁਆ ਨੂੰ ਖੁਦਾ ਸੁਣ ਕਰ ਸਵਰਗ ਤੋਂ ਸੁਣ ਕੇ ਉੱਤਰ ਦੇ ਯਿਸੂ ਮਸੀਹ ਨਾਸੀ ਦੇ ਨਾਮ ਦੇ ਵਿੱਚ। ਆਮੇਨ ਆਮੇਨ ਆਮੇਨ। ਤੂੰ ਯਾਦ ਰੱਖੀ ਪਰਮੇਸ਼ਰ ਦੀ ਬੜੀ ਅਜ਼ੀਜ਼ ਔਰ ਪਿਆਰੀ ਬੇਟੀ, तेरा नाम सूरत ਦੇ ਵਿੱਚ ਲਿਖਿਆ ਹੋਇਆ ਹੈ ਔਰ ਸ਼ੈਤਾਨ ਨੂੰ ਪਤਾ ਹੈ ਪਰ ਇसीलिए ਤੇਰੇ ਪਿੱਛੇ ਕੁਝ ਦਿਨਾਂ ਬਾਅਦ ਤੈਨੂੰ ਡਿਸਟਰਬ ਕਰ ਦਿੰਦਾ, ਕੁਝ ਦਿਨਾਂ ਬਾਅਦ, ਥੋੜੇ ਟਾਈਮ ਬਾਅਦ। 6 ਮਹੀਨੇ ਗੁਜ਼ਰੇ ਨਹੀਂ, 3 ਮਹੀਨੇ ਗੁਜ਼ਰੇ ਨਹੀਂ, ਪਰ ਉਹ ਤੈਨੂੰ ਗਿਰਾ ਨਹੀਂ ਸਕਦਾ ਕਿਉਂਕਿ ਖੁਦਾ ਤੇਰੇ ਨਾਲ ਹੈ। ਯਾਦ ਰੱਖੀ, ਜ਼ਰੂਰੀ ਕਲਾਮ ਸ਼ੇਅਰ ਕਰਾਂਗੀ, ਮੈਂ ਹੁਣੇ ਦੱਸ ਦਿੰਦੀ ਹਾਂ। ਦਾ परमेश्वर ने कैसे ना मूसा नु, मूसा तेरा नाम मेरे चित्त पे चढ़ा है, मैं अपनी भलाई को तुझे दिखाऊंगा। तेरे उस कलाम नु परमेश्वर दे अगे बोल के दुआ करनी कि परमेश्वर आपने कहा है तेरा नाम मेरे चित्त पे चढ़ा है, परमेश्वर मेरा नाम थोड़े चित्त दे उत्ते चढ़िया होए। इस तरीके ना दुआ करनी, फिर देख जिंदगी और बदलेगी यीशु दे नाम दे विच। गॉड ब्लेस यू किरण, ਤੈਨੂੰ ਬਲੈਸ ਕਰਨ, ਬਹੁਤ ਬਲੈਸ ਕਰਨ ਔਰ ਤੂੰ ਜਿਹੜਾ ਫਲ ਲੈ ਕੇ ਆਏ ਉਹ ਪਰਮੇਸ਼ਰ ਦੇ ਅੱਗੇ ਫਲ ਲੈ ਕੇ ਤੇਰਾ ਫਲ ਬਣਿਆ ਰਹੇ ਯਿਸੂ ਦੇ ਨਾਮ ਵਿੱਚ। ਆਮੇਨ। ਗॉड ब्लेस यू, गॉड ब्लेस यू। ਹਾਂਜੀ ਸਹਿਜ ਬੋਲੋ ਜੀ। ਤੁਹਾਨੂੰ ਇਸੇ ਤਰ੍ਹਾਂ ਬਹੁਤ ਜ਼ਿਆਦਾ ਕਸਰਤ ਨਾਲ ਯੂਜ਼ ਕਰਨ। ਔਰ ਪਾਸਟਰ ਜੀ ਮੇਰੀ ਪ੍ਰੇਅਰ ਰਿਕਵੈਸਟ ਸੀ, ਪਾਸਟਰ ਜੀ ਮੈਂ ਵਚਨ ਚ ਬਾਈਬਲ ਚ ਪ੍ਰਾਰਥਨਾ ਚ ਬਹੁਤ